ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਿਤਾਬ ਸ਼ੁਰੂ ਕਰਨ ਜਾ ਰਹੇ ਹਾਂ ਸਰਦਾਰ ਗੁਰਮੀਤ ਸਿੰਘ ਜੀ ਦੁਆਰਾ ਲਿਖੀ ਗਈ ਗਾਂਧੀ ਅਤੇ ਸਿੱਖ। ਦੋ ਗੱਲਾਂ। ਸਰਦਾਰ ਗੁਰਮੀਤ ਸਿੰਘ ਨੂੰ ਮਿਲਣ ਦਾ ਅਜੇ ਮੌਕਾ ਨਹੀਂ ਮਿਲ ਸਕਿਆ, ਜਦੋਂ ਕਿ ਅੱਜ ਉਹਨਾਂ ਦੀ ਰਚਿਤ ਪੁਸਤਕ ਗਾਂਧੀ ਐਂਡ ਦ ਸਿੱਖਸ ਦਾ ਪੰਜਾਬੀ ਅਨੁਵਾਦ ਕੀਤਾ ਹੈ। ਪਹਿਲਾਂ ਇਸਲਾਮ ਐਂਡ ਸਿੱਖੀਜ਼ਮ ਦਾ ਕਾਫੀ ਚਰਚਾ ਸੁਣਿਆ ਸੀ, ਪਰ ਬਦਕਿਸਮਤੀ ਨਾਲ ਉਹ ਪੁਸਤਕ ਪ੍ਰਾਪਤ ਨਾ ਹੋ ਸਕੀ। ਇੱਕ ਦਿਨ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਨਾਲ ਚਰਚਾ ਕਰ ਰਹੇ ਸੀ ਤਾਂ ਉਹਨਾਂ ਨੇ ਗਾਂਧੀ ਐਂਡ ਦ ਸਿੱਖਸ ਤੇ ਇਸਲਾਮ ਐਂਡ ਸਿੱਖੀਜ਼ਮ ਕਿਤਾਬਾਂ ਪੜ੍ਹਨ ਲਈ ਹੁਕਮ ਕੀਤਾ। ਸਰਦਾਰ ਕਿਰਪਾਲ ਸਿੰਘ, ਜੋ ਸਰਦਾਰ ਗੁਰਮੀਤ ਸਿੰਘ ਦੇ ਬੱਚਿਆਂ ਦੇ ਨਾਨਾ ਜੀ ਹਨ, ਨਾਲ ਸਬੰਧ ਬਣ ਗਏ ਤੇ ਸਬੰਧ ਵੀ ਬਣੇ ਬਹੁਤ ਹੀ ਪਿਆਰ ਭਰੇ। ਮੈਂ ਅਤੇ ਮੇਰੇ ਮਿੱਤਰਾਂ ਨੇ ਉਹਨਾਂ ਨੂੰ ਡੈਡੀ ਜੀ ਆਖਣਾ ਸ਼ੁਰੂ ਕਰ ਦਿੱਤਾ। ਇੱਕ ਸ਼ਾਮ ਉਹਨਾਂ ਦੇ ਪਾਸ ਬੈਠੇ ਸਾਂ ਤਾਂ ਗਾਂਧੀ ਬਾਰੇ ਗੱਲਾਂ ਚੱਲ ਪਈਆਂ। ਉਹਨਾਂ ਨੇ ਆਖਿਆ, ਸਾਡੇ ਮੁੰਡੇ ਨੇ ਗਾਂਧੀ ਐਂਡ ਦ ਸਿੱਖਸ ਕਿਤਾਬ ਲਿਖੀ ਹੈ। ਮੈਨੂੰ ਹੈਰਾਨੀ ਭਰੀ ਖੁਸ਼ੀ ਹੋਈ। ਮੈਂ ਕਿੰਨੇ ਹੀ ਚਿਰਾਂ ਤੋਂ ਇਸ ਪੁਸਤਕ ਦਾ ਅਨੁਵਾਦ ਕਰਨ ਦੀ ਸੋਚ ਰਿਹਾ ਸਾਂ। ਸਰਦਾਰ ਗੁਰਮੀਤ ਸਿੰਘ ਨੂੰ ਆਪਣੀ ਅਨੁਵਾਦ ਦੀ ਇੱਛਾ ਬਾਰੇ ਲਿਖਿਆ ਤਾਂ ਉਹਨਾਂ ਦਾ ਤੁਰੰਤ ਜਵਾਬ ਆ ਗਿਆ ਕਿ ਕੰਮ ਸ਼ੁਰੂ ਕਰ ਦਿਓ, ਇਹ ਪੰਥ ਦੀ ਸੇਵਾ ਹੈ। ਅਰੋਗੀ ਵਾਤਾਵਰਣ ਤੇ ਸਾਧ ਸੰਗਤ ਦੀ ਪ੍ਰਾਪਤੀ ਕਾਰਨ ਸਿੱਖੀ ਦਾ ਪਿਆਰ ਬਚਪਨ ਤੋਂ ਹੀ ਸੰਗੀ ਸਾਥੀ ਬਣਿਆ ਰਿਹਾ ਹੈ। ਬਚਪਨ ਤੋਂ ਹੀ ਬਾਣੀ ਪੜ੍ਹਨ, ਕੀਰਤਨ ਸੁਣਨ ਤੇ ਸਿੱਖ ਇਤਿਹਾਸ ਬਾਰੇ ਕੁਝ ਸੁਣਨ ਪੜ੍ਹਨ ਦੀ ਇੱਛਾ ਰਹੀ ਹੈ। ਅਕਾਲੀ ਲਹਿਰ ਦਾ ਅਧਿਐਨ ਕਰਦਿਆਂ ਅਫਸੋਸ ਹੋਇਆ ਕਿ ਗਾਂਧੀ ਦੇ ਅਹਿੰਸਾ ਦੇ ਪ੍ਰਚਾਰ ਨੇ ਸਿੱਖਾਂ ਜਿਹੀ ਮਾਰਸ਼ਲ ਕੌਮ ਨੂੰ ਨਿਹੱਥੇ ਤੇ ਨਿਹੱਕ ਮਰਵਾ ਦਿੱਤਾ। ਸਾਡੇ ਵਿੱਚ ਇੰਨਾ ਬਲ ਹੈ, ਇੰਨੀ ਅਣਖ ਤੇ ਸੂਰਬੀਰਤਾ ਹੈ ਕਿ ਅਸੀਂ ਤਲਵਾਰ ਦੇ ਜ਼ੋਰ ਨਾਲ ਆਪਣੀ ਹੋਂਦ ਕਾਇਮ ਰੱਖ ਸਕਦੇ ਹਾਂ ਤੇ ਆਪਣੇ ਧਰਮ ਨੂੰ ਹਰ ਵਿਰੋਧੀ ਤਾਕਤ ਤੇ ਮਾਰੂ ਨੀਤੀ ਤੋਂ ਬਚਾ ਸਕਦੇ ਹਾਂ। ਪਰ ਸਿੱਖ ਗਾਂਧੀ ਜੀ ਦੇ ਪੈਰੋਕਾਰ ਬਣ ਕੇ ਵੀ ਸਤਿਕਾਰ ਪ੍ਰਾਪਤ ਨਾ ਕਰ ਸਕੇ ਤੇ ਗਾਂਧੀ ਜੀ ਨੇ ਸਿੱਖਾਂ ਦੇ ਧਰਮ ਨੂੰ ਹਾਨੀ ਪਹੁੰਚਾਉਣ ਦਾ ਹਰ ਸੰਭਵ ਯਤਨ ਕੀਤਾ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵਰਗਾ ਮਹਾਨ ਤੇ ਜੋਸ਼ੀਲਾ ਯੋਧਾ ਤੇ ਆਗੂ ਗੁੰਮਰਾਹ ਕਰਨ ਵਾਲਾ ਆਗੂ ਜਾਪਿਆ। ਮਨੁੱਖ ਆਪ ਕੁਝ ਵੀ ਨਹੀਂ ਕਰ ਸਕਦਾ। ਇਹ ਤਾਂ ਜਦੋਂ ਅਕਾਲ ਪੁਰਖ ਦੀ ਮਿਹਰਬਾਨੀ ਹੁੰਦੀ ਹੈ ਤਾਂ ਹੀ ਕਾਰਜ ਨਿਭਦੇ ਹਨ। ਉਹ ਆਪ ਕਰਨ ਕਰਾਵਨਹਾਰ ਹੈ, ਸਿਰਫ ਨਾਂ ਹੀ ਬੰਦੇ ਦਾ ਵੱਜਦਾ ਹੈ। ਕਬੀਰ ਜੀ ਆਖਦੇ ਹਨ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਮੈਂ ਇਸ ਪੁਸਤਕ ਦਾ ਅਨੁਵਾਦ ਜੂਨ ਵਿੱਚ ਆਰੰਭ ਕੀਤਾ, ਪਰ ਕਈ ਅਜਿਹੀਆਂ ਸਮੱਸਿਆਵਾਂ ਨੇ ਆ ਘੇਰਿਆ ਜੋ ਆਪ ਹੀ ਸਹੇੜੀਆਂ ਸਨ। ਕਈ ਵਾਰੀ ਆਦਮੀ ਗਲਤੀ ਕਰ ਜਾਂਦਾ ਹੈ ਤੇ ਉਸ ਦਾ ਫਲ ਮਿਲ ਜਾਂਦਾ ਹੈ। ਮੈਂ ਅਤਿਅੰਤ ਬੇਚੈਨ ਸਾਂ। ਕਈ ਵਾਰੀ ਸੋਚਿਆ ਕਿ ਕੰਮ ਬੰਦ ਕਰ ਦਿਆਂ, ਪਰ ਇੱਕ ਆਤਮਿਕ ਪ੍ਰੇਰਨਾ ਜਿਹੀ ਅੰਦਰੋਂ ਹੀ ਮਿਲਦੀ ਰਹੀ, ਜਿਸ ਕਾਰਨ ਮੈਂ ਕੰਮ ਨੂੰ ਨਿਰੰਤਰ ਕਰੀ ਗਿਆ। ਇੱਕ ਅਸਹਿ ਮਾਨਸਿਕ ਪੀੜਾ ਨੇ ਮੈਨੂੰ ਬਹਿਬਲ ਕਰ ਰੱਖਿਆ ਹੈ, ਪਰ ਫੇਰ ਵੀ ਅਕਾਲ ਪੁਰਖ ਨੇ ਇਹ ਕਾਰਜ ਮੇਰੇ ਤੋਂ ਕਰਵਾ ਲਿਆ। ਅਨੁਵਾਦ ਕਰਨਾ ਮੌਲਿਕ ਰਚਨਾ ਲਿਖਣ ਨਾਲੋਂ ਔਖਾ ਹੈ। ਬੜੀਆਂ ਹੀ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਕਈ ਵਾਰੀ ਅੰਗਰੇਜ਼ੀ ਸ਼ਬਦ ਦਾ ਸਮਭਾਵੀ ਪੰਜਾਬੀ ਸ਼ਬਦ ਨਹੀਂ ਮਿਲਦਾ, ਜਿਸ ਕਰਕੇ ਬੜੇ ਔਖੇ ਹੋਣਾ ਪੈਂਦਾ ਹੈ। ਅੰਗਰੇਜ਼ੀ ਬਣ ਬਣਤਰ ਪੰਜਾਬੀ ਬਣ ਬਣਤਰ ਨਾਲੋਂ ਵੱਖ ਹੀ ਹੈ। ਮੈਂ ਆਪਣੀ ਵੱਲੋਂ ਪੂਰਨ ਯਤਨ ਕੀਤਾ ਹੈ ਕਿ ਲੇਖਕ ਦੇ ਜਜ਼ਬਿਆਂ ਦੇ ਭਾਵਾਂ ਨਾਲ ਨਿਆਂ ਕਰਾਂ, ਪਰ ਮੈਂ ਕਿੱਥੋਂ ਤਾਈਂ ਸਫਲ ਹਾਂ, ਪਾਠਕ ਤੇ ਪ੍ਰਮਾਤਮਾ ਹੀ ਜਾਣਦਾ ਹੈ। ਬਹੁਤ ਸਾਰੇ ਮਿੱਤਰਾਂ ਤੇ ਸੰਬੰਧੀਆਂ ਨੇ ਇਹ ਕਾਰਜ ਸਿਰੇ ਚੜਾਉਣ ਲਈ ਪ੍ਰੇਰਨਾ ਤੇ ਸਹਾਇਤਾ ਦਿੱਤੀ। ਉਹਨਾਂ ਦਾ ਦਿਲੀ ਧੰਨਵਾਦ ਕਰਦਾ ਹਾਂ, ਖਾਸ ਕਰਕੇ ਸਤਵੰਤ, ਗੁਰਚਰਨ ਤੇ ਰਣਬੀਰ ਦਾ, ਜਿਨ੍ਹਾਂ ਨੇ ਮੇਰੇ ਨਾਲ ਅਮਲੀ ਰੂਪ ਵਿੱਚ ਸਹਿਯੋਗ ਦਿੱਤਾ। ਖਰੜਾ ਪੜ੍ਹਿਆ, ਸੁਝਾਅ ਦਿੱਤੇ ਅਤੇ ਹੋਰ ਕਿੰਨੇ ਹੀ ਰੂਪਾਂ ਵਿੱਚ ਮੇਰਾ ਹੱਥ ਵਟਾਇਆ। ਪ੍ਰੋਫੈਸਰ ਕਿਰਪਾਲ ਸਿੰਘ ਜੀ ਕਸੇਲ ਦਾ ਮੈਂ ਸੱਚੇ ਦਿਲੋਂ ਰਿਣੀ ਹਾਂ। ਉਹਨਾਂ ਲਈ ਮੇਰੇ ਦਿਲ ਵਿੱਚ ਅਥਾਹ ਸ਼ਰਧਾ ਤੇ ਸਤਿਕਾਰ ਹੈ। ਉਹਨਾਂ ਨੇ ਹਮੇਸ਼ਾ ਲਿਖਣ ਪੜ੍ਹਨ ਤੇ ਜਿਉਣ ਦੀ ਪ੍ਰੇਰਨਾ ਦਿੱਤੀ। ਮੇਰਾ ਲੂ ਉਹਨਾਂ ਦਾ ਧੰਨਵਾਦੀ ਹੈ। ਗੁਰਮੁਖ ਸਿੰਘ MA। ਡਾਕਟਰ ਅੰਬੇਦਕਰ ਦੀ ਯੋਜਨਾ ਨੂੰ ਅਸਫਲ ਬਣਾਉਣਾ। ਬਹੁਤ ਵਰ੍ਹੇ ਪਹਿਲਾਂ ਦੀ ਗੱਲ ਨਹੀਂ, ਅਮਰੀਕਾ ਦੀ ਸਰਕਾਰ ਨੇ ਮਹਾਤਮਾ ਗਾਂਧੀ ਦੇ ਜਨਮ ਦਿਵਸ ਤੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕਰਕੇ, ਜਿਸ ਉੱਪਰ ਅੰਕਿਤ ਕੀਤਾ ਸੀ ਹਿੰਦੂ ਰਾਸ਼ਟਰ ਦੇ ਨੇਤਾ, ਉਹਨਾਂ ਨੂੰ ਸਨਮਾਨਿਆ। ਕੁਝ ਭਾਰਤੀ ਪੱਤਰਕਾਵਾਂ ਨੇ ਹਿੰਦੂ ਸ਼ਬਦ ਦੇ ਪ੍ਰਯੋਗ ਤੇ ਰੋਸ ਪ੍ਰਗਟ ਕੀਤਾ, ਜਿਸ ਦਾ ਅਰਥ ਮਹਾਨ ਮਹਾਤਮਾ ਦੇ ਆਚਰਣ ਨੂੰ ਦੂਸ਼ਿਤ ਕਰਨਾ ਹੈ। ਉਹਨਾਂ ਅਨੁਸਾਰ ਉਹ ਭਾਰਤੀ ਰਾਸ਼ਟਰ ਦੇ ਨੇਤਾ ਸਨ। ਇਸ ਵਾਦ ਵਿਵਾਦ ਨੂੰ ਛੱਡਦਿਆਂ ਹਰ ਸਧਾਰਨ ਵਿਅਕਤੀ ਨੂੰ ਪਤਾ ਹੈ ਕਿ ਉਹ ਹਿੰਦੂ ਵਿਸ਼ਵਾਸਾਂ ਦੇ ਪੱਕੇ ਧਾਰਨੀ ਸਨ। ਉਹਨਾਂ ਨੇ ਅਹਿੰਸਾ ਤੇ ਸ਼ਾਂਤੀ ਦੇ ਆਦਰਸ਼, ਜਿਹੜੇ ਉਹਨਾਂ ਦੇ ਸਮਾਜਿਕ ਅਤੇ ਰਾਜਨੀਤਿਕ ਦਰਸ਼ਨ ਦਾ ਆਧਾਰ ਸਨ,
ਨੂੰ ਪ੍ਰਾਚੀਨ ਹਿੰਦੂ ਵਿਚਾਰਧਾਰਾ ਤੋਂ ਲਿਆ ਅਤੇ ਰੰਗਣ ਦਿੱਤੀ। ਉਹਨਾਂ ਨੇ ਵਰਤ ਰਹੀਆਂ ਘਟਨਾਵਾਂ ਨੂੰ ਭਾਰਤੀ ਦ੍ਰਿਸ਼ਟੀਕੋਣ ਦੀ ਥਾਂ ਹਿੰਦੂ ਦ੍ਰਿਸ਼ਟੀ ਤੋਂ ਦੇਖਿਆ। ਇਸ ਸਬੰਧ ਵਿੱਚ ਗਾਂਧੀ ਦਾ ਰਵੱਈਆ ਡਾਕਟਰ ਅੰਬੇਦਕਰ ਦੇ ਉਸ ਫੈਸਲੇ ਵੱਲ, ਜਿਸ ਵਿੱਚ ਉਸਨੇ ਆਪਣੇ 5 ਕਰੋੜ ਅਛੂਤ ਭਰਾਵਾਂ ਸਮੇਤ ਹਿੰਦੂ ਧਰਮ ਤਿਆਗ ਕੇ ਸਿੱਖ ਧਰਮ ਗ੍ਰਹਿਣ ਕਰਨ ਦਾ ਜ਼ਿਕਰ ਕੀਤਾ ਸੀ, ਸਿੱਖ ਬਾਰੇ ਮਹੱਤਵਪੂਰਨ ਉਦਾਹਰਨ ਹੈ। ਮੁੱਢ ਵਿੱਚ ਜਦੋਂ ਭਾਰਤੀ ਆਰੀਆ ਸੱਭਿਅਤਾ ਨਾਨਾ ਰੂਪਾਂ ਵਾਲੀ ਵਿਸ਼ਾਲ ਮਨੁੱਖਤਾ ਦੀ ਧਰਤ ਉੱਤੇ ਵਿਕਾਸ ਪ੍ਰਕਿਰਿਆ ਵਿੱਚੋਂ ਲੰਘ ਰਹੀ ਸੀ, ਤਾਂ ਹਿੰਦੂ ਸਮਾਜ 4 ਆਸ਼ਰਮਾਂ, ਜਿਨ੍ਹਾਂ ਦਾ ਨਾਮ ਹੈ ਬ੍ਰਾਹਮਣ, ਪੁਜਾਰੀ, ਅਧਿਆਪਕ, ਵਿਦਵਾਨ, ਕਸ਼ਤਰੀ ਜਾਂ ਰਾਜ ਕਰਨ ਵਾਲੇ ਯੋਧੇ, ਵੈਸ਼ ਜਾਂ ਵਪਾਰੀ ਸੌਦਾਗਰ ਜਾਂ ਸ਼ਾਹ ਆਦਿ ਅਤੇ ਸ਼ੂਦਰ ਖੇਤੀਬਾੜੀ ਕਰਨ ਵਾਲੇ ਮਜ਼ਦੂਰ ਵਿੱਚ ਵੰਡਿਆ ਗਿਆ। ਇਸ ਵਰਣ ਵਿਕਾਸ ਦੀ ਕਹਾਣੀ ਬਾਰੇ ਸਭ ਲੋਕ ਜਾਣਦੇ ਹਨ, ਇਸ ਲਈ ਇਸ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ। ਸ਼ੁਰੂ ਵਿੱਚ ਵਰਣ ਦਾ ਆਧਾਰ ਜਨਮ ਨਹੀਂ, ਯੋਗਤਾ ਸੀ, ਪਰ ਸਮੇਂ ਦੇ ਨਾਲ ਇਸ ਦਾ ਆਧਾਰ ਬਦਲਦਾ ਗਿਆ ਅਤੇ ਵਿਅਕਤੀ ਦੇ ਗੁਣਾਂ ਦੀ ਥਾਂ ਉਸ ਦੇ ਵੰਸ਼ ਨੇ ਬਹੁਤ ਮਹੱਤਵਪੂਰਨ ਕੰਮ ਕੀਤਾ। ਆਖਰਕਾਰ ਕਰੜੇ ਅਸੂਲਾਂ ਨੇ ਵਰਣਾਂ ਨੂੰ ਜਕੜ ਲਿਆ ਅਤੇ ਇਸ ਪ੍ਰਕਿਰਿਆ ਕਾਰਨ ਸੱਭਿਅਤਾ ਦੇ ਵਿਕਾਸ ਵਿੱਚ ਕਾਫੀ ਰੋਕ ਪਈ। ਇਸ ਨਵੀਂ ਸਖਤੀ ਕਾਰਨ ਸਮਾਜ 4 ਮੁੱਖ ਜਾਤੀਆਂ ਵਿੱਚ ਵੰਡਿਆ ਗਿਆ, ਜਾਂ ਨਦੀਆਂ ਜੋ ਉੱਚ ਜਾਤੀਆਂ ਦੇ ਅਨੇਕਾਂ ਛੋਟੇ-ਛੋਟੇ ਨਾਲਿਆਂ ਨਾਲ ਭਰਦੀਆਂ ਸਨ। ਵਰਣ ਨੇ ਆਪ ਇਸ ਰੂਪ ਨੂੰ ਸੋਧਿਆ ਅਤੇ ਸ਼ੂਦਰ ਨੂੰ ਗਿਆਨ ਪ੍ਰਾਪਤੀ, ਸ਼ਸਤਰ ਪਾਉਣੇ ਅਤੇ ਆਰਥਿਕ ਤਰੱਕੀ ਕਰਨੋਂ ਰੋਕ ਦਿੱਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਉਹਨਾਂ ਨੂੰ ਸਦੀਵੀ ਗੁਲਾਮੀ ਨਾਲ ਸਮਝੌਤਾ ਕਰਨਾ ਪਿਆ। ਸ਼ੂਦਰਾਂ ਨੂੰ ਉਤਕ੍ਰਿਸ਼ਟ ਹਿੰਦੂ ਸਮਾਜ ਵਿੱਚ ਜਾਣ ਦਾ ਕੋਈ ਅਧਿਕਾਰ ਨਹੀਂ ਸੀ। ਉਹਨਾਂ ਨਾਲ ਇੰਨੀ ਬੇਇਨਸਾਫੀ ਕੀਤੀ ਗਈ ਕਿ ਉਹਨਾਂ ਨੂੰ ਪੂਜਾ ਸਥਾਨਾਂ, ਮੰਦਰਾਂ ਆਦਿ ਵਿੱਚ ਜਾਣ ਤੋਂ ਵੀ ਮਨਾ ਕਰ ਦਿੱਤਾ। ਗਾਂਧੀ ਜੀ ਨੇ ਵੀ ਜਨਮ ਤੋਂ ਜਾਤ ਦੇ ਸਿਧਾਂਤ ਦੀ ਹਾਮੀ ਭਰੀ। ਉਹਨਾਂ ਨੇ ਵਰਣ ਧਰਮ ਦੇ ਪ੍ਰਾਚੀਨ ਹਿੰਦੂ ਸਮਾਜਿਕ ਅਸੂਲਾਂ ਦੀ ਹਮਾਇਤ ਕੀਤੀ। ਉਹਨਾਂ ਨੇ ਦਾਅਵਾ ਕੀਤਾ ਕਿ ਹਰ ਵਿਅਕਤੀ ਦਾ ਵਰਣ ਉਸ ਦੇ ਜਨਮ ਤੋਂ ਦ੍ਰਿੜ ਹੁੰਦਾ ਹੈ, ਨਾ ਕਿ ਉਸ ਦੇ ਪੇਸ਼ੇ ਤੋਂ। ਉਹ ਲਿਖਦੇ ਹਨ, ਵਰਣ ਦਾ ਅਰਥ ਅਤਿਅੰਤ ਸਾਦਾ ਹੈ। ਇਸ ਦਾ ਸਿੱਧਾ ਤੇ ਸਪਸ਼ਟ ਅਰਥ ਹੈ ਕਿ ਸਾਡੇ ਜਿੰਮੇ ਇਹ ਕੰਮ ਲੱਗਦਾ ਹੈ ਕਿ ਅਸੀਂ ਆਪਣੇ ਪਿਤਰਾਂ ਦੀ ਵਿਰਾਸਤ ਅਤੇ ਜੱਦੀ ਆਵਾਜ਼ ਦੀ ਪੈਰਵਾਈ ਕਰੀਏ, ਇੱਥੋਂ ਤਾਈਂ ਕਿ ਪਰੰਪਰਾਇਕ ਆਵਾਜ਼ ਮੁੱਢਲੇ ਨੈਤਿਕ ਨਿਯਮਾਂ ਨਾਲੋਂ ਭਿੰਨ ਨਹੀਂ ਹੈ ਅਤੇ ਇਸ ਦਾ ਉਦੇਸ਼ ਸਿਰਫ ਰੋਜ਼ੀ ਕਮਾਉਣਾ ਹੈ। ਵਰਣ ਦਾ ਅਰਥ ਹੈ ਮਨੁੱਖ ਦੇ ਪਿਤਰੀ ਕਿੱਤੇ ਦੀ ਪੂਰਬ ਨਿਸ਼ਚਿਤ ਚੋਣ, ਜਿਸ ਦਾ ਉਦੇਸ਼ ਰੋਜ਼ੀ ਕਮਾਉਣਾ ਹੈ। ਇਸ ਲਈ ਵਰਣ ਇੱਕ ਰੂਪ ਵਿੱਚ ਵਿਰਾਸਤ ਦਾ ਕਾਨੂੰਨ ਹੈ। ਇਸ ਦਾ ਸਬੰਧ ਜਨਮ ਨਾਲ ਹੈ। ਕੋਈ ਮਨੁੱਖ ਆਪਣੀ ਮਰਜ਼ੀ ਨਾਲ ਆਪਣਾ ਵਰਣ ਨਹੀਂ ਬਦਲ ਸਕਦਾ। ਆਪਣੇ ਵਰਣ ਵਿੱਚ ਨਾ ਰਹਿਣਾ ਵਿਰਾਸਤ ਦੇ ਕਾਨੂੰਨ ਵੱਲੋਂ ਬੇਪਰਵਾਹੀ ਹੈ। ਮੇਰਾ ਵਿਸ਼ਵਾਸ ਹੈ ਕਿ ਕੁਝ ਲੋਕ ਵਿੱਦਿਆ ਦੇਣ ਲਈ ਜਨਮੇ ਹਨ, ਕੁਝ ਰੱਖਿਆ ਕਰਨ ਲਈ, ਕੁਝ ਖੇਤੀਬਾੜੀ ਕਰਨ ਲਈ ਅਤੇ ਮਿਹਨਤ ਮਜ਼ਦੂਰੀ ਕਰਨ ਲਈ, ਇੱਥੋਂ ਤਾਈਂ ਕਿ ਇਹ ਪੇਸ਼ੇ ਜੱਦੀ ਬਣ ਗਏ ਹਨ। ਗਾਂਧੀ ਜੀ ਨੇ ਕਦੇ ਵੀ ਅਛੂਤਾਂ ਬਾਰੇ ਸ਼ਾਸਤਰਾਂ ਦੀ ਪ੍ਰਭੂਤਾ ਉੱਪਰ ਸਵਾਲ ਕਰਨ ਦਾ ਹੌਸਲਾ ਨਾ ਕੀਤਾ। ਉਹਨਾਂ ਇਸ ਸਬੰਧ ਵਿੱਚ ਹਿੰਦੂ ਸ਼ਾਸਤਰਾਂ ਦੀ ਪ੍ਰਭੂਤਾ ਨੂੰ ਸਹਾਇਤਾ ਦਿੱਤੀ। ਉਹਨਾਂ ਨੇ ਲਿਖਿਆ, ਮੈਂ ਵਰਣ ਆਸ਼ਰਮ ਧਰਮ ਵਿੱਚ ਵਿਸ਼ਵਾਸ ਰੱਖਦਾ ਹਾਂ, ਪਰ ਮੈਂ ਭੰਗੀਆਂ ਨਾਲ ਖਾ ਲੈਂਦਾ ਹਾਂ। ਮੈਂ ਆਪ ਨੂੰ ਦੱਸਣਾ ਚਾਹਾਂਗਾ ਕਿ ਮੇਰੀ ਜਾਤ ਵਿੱਚ ਮੈਂਬਰ ਇੱਕ ਥਾਂ ਨਹੀਂ ਖਾਂਦੇ। ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਸਾਡੇ ਵੈਸ਼ਨਵ ਪਰਿਵਾਰਾਂ ਵਿੱਚ ਇੱਕ ਦੂਸਰੇ ਦੇ ਭਾਂਡੇ ਨਹੀਂ ਵਰਤੇ ਜਾਂਦੇ, ਇੱਥੇ ਤਾਈਂ ਕਿ ਦੂਸਰੇ ਦੇ ਘਰੋਂ ਅੱਗ ਲਿਆ ਕੇ ਉਸ ਉੱਪਰ ਖਾਣਾ ਨਹੀਂ ਬਣਾਉਂਦੇ। ਤੁਸੀਂ ਭਾਵੇਂ ਇਸ ਨੂੰ, ਇਸ ਵਰਤਾਰੇ ਨੂੰ ਅੰਧ ਵਿਸ਼ਵਾਸ, ਵਹਿਮ, ਭਰਮ ਆਖੋ, ਪਰ ਮੈਂ ਅਜਿਹਾ ਨਹੀਂ ਮੰਨਦਾ। ਨਿਸ਼ਚੇ ਹੀ ਇਹ ਹਿੰਦੂ ਧਰਮ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਮੇਰੇ ਆਸ਼ਰਮ ਵਿਚਲੇ ਅਛੂਤ ਵਾਸੀਆਂ ਵਿੱਚ ਦਾਦਾ ਬਾਈ ਸਮੇਤ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਇਕੱਠੇ ਖਾਂਦੇ ਹਨ, ਪਰ ਮੈਂ ਇਸ ਗੱਲ ਦੀ ਸਿਫਾਰਿਸ਼ ਨਹੀਂ ਕਰਦਾ ਕਿ ਆਸ਼ਰਮ ਦੇ ਬਾਹਰ ਇਸ ਉਦਾਹਰਣ ਨੂੰ ਅਮਲ ਵਿੱਚ ਲਿਆਂਦਾ ਜਾਏ। ਫਿਰ ਆਪ ਨੂੰ ਇਹ ਪਤਾ ਹੈ ਕਿ ਮੈਂ ਸ਼੍ਰੀ ਮਾਲਵੀय ਜੀ ਦਾ ਕਿੰਨਾ ਸਤਿਕਾਰ ਕਰਦਾ ਹਾਂ। ਮੈਂ ਉਹਨਾਂ ਦੇ ਚਰਨ ਛੂੰਹਦਾ ਹਾਂ, ਪਰ ਉਹ ਮੇਰੇ ਛੂਹੇ ਭੋਜਨ ਨੂੰ ਗ੍ਰਹਿਣ ਨਹੀਂ ਕਰਦੇ। ਡਾਕਟਰ ਅੰਬੇਦਕਰ ਨੇ ਐਲਾਨ ਕੀਤਾ ਕਿ ਗਾਂਧੀ ਵਿੱਚ ਅਜਿਹਾ ਸਾਹਸ ਨਹੀਂ ਹੈ ਜੋ ਇਹਨਾਂ ਕੁਚਲੀਆਂ ਸ਼੍ਰੇਣੀਆਂ ਖਾਤਰ ਹਿੰਦੂ ਜਾਤ ਦਾ ਮੁਕਾਬਲਾ ਕਰੇ। ਉਹਨਾਂ ਦੇਖਿਆ ਕਿ ਵਰਣਨ ਦੇ ਕਾਨੂੰਨ ਅਤੇ ਗਾਂਧੀ ਦੇ ਆਦਰਸ਼, ਜਿਸ ਰਾਹੀਂ ਉਹ ਕੁਦਰਤੀ ਝੁਕਾਅ ਨੂੰ ਲਾਂਭੇ ਰੱਖ ਕੇ ਆਪਣੇ ਪਿਤਰੀ ਕਿੱਤੇ ਜਾਂ ਪੇਸ਼ੇ ਨੂੰ ਅਪਣਾਉਣ ਲਈ ਹੁਕਮ ਕਰਦੇ ਹਨ, ਵਿੱਚ ਕੋਈ ਫਰਕ ਨਹੀਂ। ਉਹਨਾਂ ਨੇ ਮਹਿਸੂਸ ਕੀਤਾ ਕਿ ਜਾਤ ਪ੍ਰਣਾਲੀ ਹਿੰਦੂ ਸਮਾਜ ਨੂੰ ਤਬਾਹ ਕਰਨ ਵਾਲੀ ਬੁਰਾਈ ਹੈ ਅਤੇ ਇਹ ਸੰਭਵ ਨਹੀਂ ਕਿ ਇਸ ਬੁਰਾਈ ਨੂੰ ਜੜੋਂ ਪੁੱਟ ਦਿੱਤਾ ਜਾਵੇ।
ਹਿੰਦੂ ਸ਼ਾਸਤਰਾਂ ਦੀ ਸਿੱਖਿਆ ਨੇ ਇਸ ਦੇ ਮਨ ਵਿੱਚ ਜਾਤੀ ਭਾਵ ਉਕਰ ਦਿੱਤਾ ਹੈ। ਉਹਨਾਂ ਨੇ ਕਿਹਾ, ਜਾਤ ਰਾਸ਼ਟਰ ਹੈ, ਇੱਕ ਮਾਨਸਿਕ ਦਸ਼ਾ ਹੈ, ਇਸ ਦੀ ਤਬਾਹੀ ਦਾ ਭਾਵ ਰਾਸ਼ਟਰੀ ਪਰਿਵਰਤਨ ਹੈ। ਹਿੰਦੂ ਜਾਤ ਨੂੰ ਇਸ ਲਈ ਨਹੀਂ ਮੰਨਦੇ ਕਿ ਉਹ ਅਸਭ्य ਹਨ ਅਤੇ ਸਿਰਫਿਰੇ ਹਨ। ਉਹ ਜਾਤ ਪਾਤ ਨੂੰ ਮੰਨਦੇ ਹਨ ਕਿ ਉਹ ਬਹੁਤ ਧਾਰਮਿਕ ਹਨ। ਉਹ ਜਾਤੀ ਭੇਦ ਮੰਨਣ ਕਾਰਨ ਗਲਤ ਨਹੀਂ। ਜੋ ਗਲਤ ਹੈ ਉਹ ਹੈ ਉਹਨਾਂ ਦਾ ਧਰਮ, ਜਿਸ ਨੇ ਇਹਨਾਂ ਦੇ ਮਨ ਤੇ ਜਾਤੀ ਭਾਵ ਨੂੰ ਉਕਰ ਦਿੱਤਾ ਹੈ। ਅਸਲੀ ਦੁਸ਼ਮਣ ਸ਼ਾਸਤਰ ਹਨ, ਜਿਹੜੇ ਇਸ ਨੂੰ ਜਾਤ ਧਰਮ ਦੀ ਸਿੱਖਿਆ ਦਿੰਦੇ ਹਨ। ਸ਼ਾਸਤਰਾਂ ਦੀ ਪਵਿੱਤਰਤਾ ਦਾ ਵਿਸ਼ਵਾਸ ਖਤਮ ਕਰ ਦਿਓ। ਸ਼ਾਸਤਰਾਂ ਤੇ ਵੇਦਾਂ ਦੀ ਪ੍ਰਭੁਤਾ, ਪਵਿੱਤਰਤਾ ਤੇ ਅਧਿਆਤਮਿਕਤਾ ਤਬਾਹ ਕਰ ਦਿਓ। ਹਰ ਇਸਤਰੀ ਪੁਰਸ਼ ਨੂੰ ਸ਼ਾਸਤਰਾਂ ਦੀ ਗੁਲਾਮੀ ਤੋਂ ਮੁਕਤ ਕਰ ਦਿਓ ਅਤੇ ਉਹ ਆਪਸ ਵਿੱਚ ਬਿਨਾਂ ਕੁਝ ਤੁਹਾਡੇ ਪੁੱਛੇ ਦੱਸੇ ਸ਼ਾਦੀ ਕਰ ਲੈਣਗੇ। ਸੋ ਉਹਨਾਂ ਨੇ ਸੱਚੇ ਦਿਲੋਂ ਛੂਤਾਂ ਨੂੰ ਹਿੰਦੂ ਧਰਮ ਦੇ ਤਿਆਗ ਲਈ ਕਿਹਾ, ਜਿੱਥੇ ਉਹਨਾਂ ਨੂੰ ਹਮੇਸ਼ਾ ਹੀ ਨੀਵੇਂ ਧਰਮ ਵਾਲੇ ਜਾਂ ਸਮਾਜਿਕ ਫਿਰਕੇ ਵਾਲੇ ਗਿਣਿਆ ਜਾਵੇਗਾ। ਉਹਨਾਂ ਨੇ ਸਾਰੇ ਛੂਤਾਂ ਦੇ ਧਰਮ ਬਦਲੀ ਲਈ ਸੰਗਠਨ ਦੀ ਯੋਜਨਾ ਬਣਾਈ। ਉਹਨਾਂ ਨੇ ਛੂਤਾਂ ਨੂੰ ਦੱਸਿਆ, ਆਪਣੇ ਬੰਧਨ ਦੇ ਸਿਵਾਏ ਤੁਸੀਂ ਕੁਝ ਨਹੀਂ ਗਵਾਉਣਾ ਅਤੇ ਆਪਣਾ ਧਰਮ ਬਦਲ ਕੇ ਹਰ ਲਾਭ ਪ੍ਰਾਪਤ ਕਰਨਾ ਹੈ। ਧਰਮ ਬਦਲਣ ਅਤੇ ਉਚਿਤ ਧਰਮ ਗ੍ਰਹਿਣ ਕਰਨ ਲਈ ਆਪਣੇ ਹੋਰ ਪ੍ਰਾਂਤਾਂ ਦੇ ਸਾਥੀਆਂ ਨਾਲ ਸਲਾਹ ਕਰਨ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਆਪਣੇ ਪੈਰੋਕਾਰਾਂ ਸਮੇਤ ਸਿੱਖ ਧਰਮ ਗ੍ਰਹਿਣ ਕਰਨਗੇ। ਸਿੱਖ ਧਰਮ ਗ੍ਰਹਿਣ ਕਰਨ ਦਾ ਕਾਰਨ ਦੱਸਦਿਆਂ ਡਾਕਟਰ ਅੰਬੇਦਕਰ ਨੇ ਕਿਹਾ, ਜੇਕਰ ਇਹ ਨੀਵੀਆਂ ਜਾਤੀਆਂ ਇਸਲਾਮ ਜਾਂ ਈਸਾਈ ਮਤ ਧਾਰਨ ਕਰਨ ਤਾਂ ਉਹ ਹਿੰਦੂ ਸੱਭਿਅਤਾ ਤੋਂ ਬਾਹਰ ਨਿਕਲ ਜਾਂਦੀਆਂ ਹਨ ਅਤੇ ਦੂਜੇ ਪਾਸੇ ਜੇਕਰ ਉਹ ਸਿੱਖ ਬਣ ਜਾਣ ਤਾਂ ਉਹ ਹਿੰਦੂ ਸੱਭਿਅਤਾ ਵਿੱਚ ਰਹਿ ਜਾਂਦੀਆਂ ਹਨ। ਇਸ ਧਰਮ ਬਦਲੀ ਦੇ ਸਿੱਟੇ, ਜੋ ਸਾਰੇ ਦੇਸ਼ ਨਾਲ ਸੰਬੰਧਿਤ ਹਨ, ਮਨ ਵਿੱਚ ਵਸਾਉਣ ਯੋਗ ਹਨ। ਇਸਲਾਮ ਜਾਂ ਈਸਾਈ ਮਤ ਵਿੱਚ ਜਾਣਾ ਨੀਵੀਆਂ ਜਾਤੀਆਂ ਦਾ ਆਦੇਸ਼ੀਕਰਨ ਕਰ ਦੇਵੇਗਾ। ਜੇਕਰ ਉਹ ਇਸਲਾਮ ਵਿੱਚ ਚਲੇ ਜਾਣ ਤਾਂ ਮੁਸਲਮਾਨਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ ਅਤੇ ਮੁਸਲਮਾਨਾਂ ਦੀ ਪ੍ਰਧਾਨਤਾ ਦਾ ਖਤਰਾ ਸੱਚ ਹੋ ਜਾਵੇਗਾ। ਜੇਕਰ ਉਹ ਈਸਾਈ ਮਤ ਵਿੱਚ ਚਲੇ ਜਾਣ ਤਾਂ ਈਸਾਈਆਂ ਦੀ ਗਿਣਤੀ 5 ਤੋਂ 6 ਕਰੋੜ ਦੇ ਦਰਮਿਆਨ ਹੋ ਜਾਵੇਗੀ ਅਤੇ ਅੰਗਰੇਜ਼ਾਂ ਦੇ ਭਾਰਤ ਉੱਪਰਲੇ ਕਬਜ਼ੇ ਨੂੰ ਹੋਰ ਵੀ ਪੱਕਿਆ ਕਰੇਗੀ। ਅਤੇ ਦੂਜੇ ਪਾਸੇ ਜੇ ਉਹ ਸਿੱਖ ਧਰਮ ਗ੍ਰਹਿਣ ਕਰਨ ਤਾਂ ਉਹ ਦੇਸ਼ ਦੀ ਕਿਸਮਤ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਦੇਸ਼ ਦੀ ਕਿਸਮਤ ਬਣਾਉਣ ਵਿੱਚ ਸਹਾਈ ਹੋਣਗੇ। ਉਹਨਾਂ ਦਾ ਆਦੇਸ਼ੀਕਰਨ ਨਹੀਂ ਹੋਵੇਗਾ। ਇਸ ਦੇ ਉਲਟ ਉਹ ਦੇਸ਼ ਦੀ ਰਾਜਨੀਤਿਕ ਉੱਨਤੀ ਲਈ ਸਹਾਈ ਹੋਣਗੇ। ਸੋ ਇਹ ਦੇਸ਼ ਦੇ ਹਿੱਤ ਵਿੱਚ ਹੈ ਕਿ ਜੇਕਰ ਨੀਵੀਆਂ ਸ਼੍ਰੇਣੀਆਂ ਨੇ ਧਰਮ ਬਦਲਣਾ ਹੈ ਤਾਂ ਉਹਨਾਂ ਨੂੰ ਸਿੱਖ ਧਰਮ ਵਿੱਚ ਜਾਣਾ ਚਾਹੀਦਾ ਹੈ। ਪਰ ਡਾਕਟਰ ਅੰਬੇਦਕਰ ਨੇ ਇਹਨਾਂ ਦੇਸ਼ ਭਗਤੀ ਦੇ ਜਜ਼ਬਿਆਂ ਨੂੰ ਸਵੀਕਾਰ ਕਰਨ ਅਤੇ ਉਤਸ਼ਾਹਿਤ ਕਰਨ ਦੀ ਥਾਂ ਗਾਂਧੀ ਜੀ ਨੇ ਇਹਨਾਂ ਦੀ ਨਿਖੇਧੀ ਕੀਤੀ ਕਿ ਇਹ ਹਿੰਦੂਆਂ ਲਈ ਆਤਮਕ ਹੱਤਿਅਕ ਹੈ ਅਤੇ ਉਹਨਾਂ ਨੇ ਆਪਣੇ ਵਿਸ਼ਵਾਸੀ ਸਾਥੀ ਪੰਡਿਤ ਗੋਬਿੰਦ ਵਲਭ ਪੰਤ ਰਾਹੀਂ ਇਸ ਤਜਵੀਜ਼ ਨੂੰ ਰੋਕਣ ਲਈ ਛੂਤਾਂ ਨੂੰ ਧਮਕੀ ਦਿੱਤੀ ਕਿ ਹਰੀਜਨ ਅਜਿਹਾ ਕਿਸੇ ਹਾਲਤ ਵਿੱਚ ਨਹੀਂ ਕਰ ਸਕਦੇ। ਜੇ ਉਹ ਹਿੰਦੂ ਅਤੇ ਪੂਨਾ ਸੰਧੀ ਅਧੀਨ ਉਹ ਖਾਸ ਹੱਕ ਮਾਣਦੇ ਹਨ ਜਾਂ ਜੇਕਰ ਉਹ ਹਿੰਦੂ ਜਾਤ ਤਿਆਗ ਦੇਣਗੇ ਤਾਂ ਉਹਨਾਂ ਦੇ ਹੱਕ ਖਤਮ ਹੋ ਜਾਣਗੇ। ਗਾਂਧੀ ਨੇ ਰਾਜਾ, ਜੋ ਅੰਬੇਦਕਰ ਦਾ ਰਾਜਸੀ ਵਿਰੋਧੀ ਸੀ, ਹੱਥ ਠੋਕਾ ਬਣਾ ਕੇ ਡਾਕਟਰ ਅੰਬੇਦਕਰ ਦੀ ਯੋਜਨਾ ਨੂੰ ਢੈਂਦੀ ਕਲਾ ਵੱਲ ਲੈ ਜਾਣ ਲਈ ਵਰਤਿਆ ਅਤੇ ਉਸ ਨੂੰ ਇਸ ਅੰਦੋਲਨ ਦੀ ਵਿਰੋਧਤਾ ਕਰਨ ਲਈ ਉਤੇਜਿਤ ਕੀਤਾ। ਗਾਂਧੀ ਨੇ ਆਪਣੇ ਕਰੋੜਪਤੀ ਸਹਾਇਕ ਸੇਠਵਾਲ ਚੰਦ, ਹੀਰਾ ਚੰਦ ਅਤੇ ਜਮਨਾ ਲਾਲ ਬਜਾਜ ਰਾਹੀਂ ਡਾਕਟਰ ਅੰਬੇਦਕਰ ਨੂੰ ਗਾਂਧੀ ਆਸ਼ਰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਨ ਦਾ ਯਤਨ ਕੀਤਾ ਤੇ ਉਹਨਾਂ ਨੂੰ ਲਾਲਚ ਦਿੱਤਾ ਕਿ ਆਪ ਪਾਸ ਅਨੰਤ ਸਾਧਨ ਹੋਣਗੇ ਜਿਨ੍ਹਾਂ ਰਾਹੀਂ ਆਪ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਉੱਚਾ ਉਠਾ ਸਕੋਗੇ। ਡਾਕਟਰ ਅੰਬੇਦਕਰ ਨੇ ਸਪਸ਼ਟ ਰੂਪ ਵਿੱਚ ਦੱਸ ਦਿੱਤਾ ਕਿ ਮੇਰਾ ਗਾਂਧੀ ਨਾਲ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਬਾਰੇ ਮਤਭੇਦ ਹੈ। ਇਸ ਤੇ ਉਹਨਾਂ ਨੇ ਇਹ ਕੰਮ ਨਹਿਰੂ ਨੂੰ ਸੌਂਪਿਆ, ਜੋ ਝੂਠੀ ਦਲੀਲ ਨਾਲ ਧੋਖਾ ਦੇਣ ਵਿੱਚ ਗਾਂਧੀ ਨਾਲੋਂ ਵੀ ਜ਼ਿਆਦਾ ਪਹੁੰਚ ਵਾਲਾ ਸੀ। ਉਸਨੇ ਗਾਂਧੀ ਜੀ ਦਾ ਰਾਹ ਫੜੀ ਰੱਖਿਆ ਤੇ ਉਹਨਾਂ ਨੂੰ ਆਸ ਸੀ ਕਿ ਅੰਬੇਦਕਰ ਵੀ ਇਸੇ ਰਾਹ ਤੇ ਚੱਲ ਸਕਦਾ ਹੈ। ਪਰ ਡਾਕਟਰ ਅੰਬੇਦਕਰ ਨੇ ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਕਿ ਮੈਂ ਉਹ ਆਦਮੀ ਨਹੀਂ ਜੋ ਨਹਿਰੂ ਦੀ ਮਨਹੂਸ ਰੋਸ਼ਨੀ ਦੀ ਅਗਵਾਈ ਲੈ ਸਕਾਂ ਅਤੇ ਉਹਨਾਂ ਨੇ ਅੱਗੇ ਜਾ ਕੇ ਆਖਿਆ ਕਿ ਮੈਂ ਸਫਲਤਾ ਲਈ ਆਪਣੀ ਆਤਮਾ ਕੁਰਬਾਨ ਨਹੀਂ ਕਰ ਸਕਦਾ। ਅਨੇਕਾਂ ਛੂਤਾਂ ਦੀ ਸਿੱਖ ਧਰਮ ਵਿੱਚ ਆਉਣ ਦੀ ਯੋਜਨਾ ਗੁਪਤ ਰੂਪ ਵਿੱਚ ਗਾਂਧੀ ਜੀ ਨੂੰ ਇਸ ਸ਼ਰਤ ਤੇ ਦੱਸੀ ਕਿ ਉਹ ਇਹ ਸਭ ਕੁਝ ਬਿਨਾਂ ਸਲਾਹ ਦੇ ਲੋਕਾਂ ਸਾਹਮਣੇ ਨਹੀਂ ਲਿਆਉਣਗੇ। ਗਾਂਧੀ ਜੀ ਨੇ ਫਿਰ ਵੀ ਇਸ ਬਾਰੇ ਪ੍ਰੈਸ ਨੂੰ ਦੱਸ ਕੇ ਜਿਵੇਂ ਕਿਵੇਂ ਵਿਸ਼ਵਾਸਘਾਤ ਕੀਤਾ। ਉਹਨਾਂ ਗੁੱਸੇ ਵਿੱਚ ਆਖਿਆ, ਇਹ ਬਹੁਤ ਚੰਗਾ ਹੋਵੇਗਾ ਜੇਕਰ ਕਰੋੜਾਂ ਛੂਤ ਸਿੱਖ ਧਰਮ ਦੀ ਥਾਂ ਇਸਲਾਮ ਧਰਮ ਵਿੱਚ ਆ ਜਾਣ। ਅੰਬੇਦਕਰ ਨੇ ਆਪਣੇ 13 ਪੈਰੋਕਾਰਾਂ ਦਾ ਜਥਾ ਸਤੰਬਰ 1935 ਵਿੱਚ
ਧਰਮ ਬਦਲੀ ਦੇ ਅੰਦੋਲਨ ਦਾ ਆਰੰਭ ਕਰਨ ਲਈ ਅੰਮ੍ਰਿਤਸਰ ਭੇਜਿਆ ਸੀ। ਗਾਂਧੀ ਜੀ ਦੀ ਸਖਤ ਵਿਰੋਧਤਾ ਕਾਰਨ ਅਤੇ ਬਦਲਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਨੂੰ ਇਹ ਯੋਜਨਾ ਬੰਦ ਕਰਨੀ ਪਈ। ਦੂਜਾ, ਅਹਿੰਸਾ। ਹਿੰਦੂ ਜਾਤੀ ਬਹੁ ਗਿਣਤੀ ਵਿੱਚ ਹੋਣ ਕਾਰਨ ਇਸ ਦੇ ਹੱਥ ਵਿੱਚ ਤਾਕਤ ਹੈ, ਜਿਸ ਕਾਰਨ ਇਹਨਾਂ ਨੇ ਸਿੱਖਾਂ ਨਾਲ ਹਮੇਸ਼ਾ ਧੋਖਾ ਕੀਤਾ ਹੈ। ਅਜੋਕੇ ਸੰਦਰਭ ਵਿੱਚ ਸਰਕਾਰੀ ਮਸ਼ੀਨਰੀ ਨੂੰ ਆਪਣੇ ਹਿੱਤ ਵਿੱਚ ਇਸ ਵਿਚਾਰ ਨੂੰ ਪ੍ਰਚਾਰਨ ਲਈ ਵਰਤਿਆ ਜਾ ਰਿਹਾ ਹੈ ਅਤੇ ਸਿਲਸਿਲੇਵਾਰ ਰੂਪ ਵਿੱਚ ਇਹ ਯਤਨ ਕੀਤੇ ਕਿ ਮਹਾਤਮਾ ਗਾਂਧੀ ਅਹਿੰਸਾ ਅਤੇ ਨਾ ਮਿਲਵਰਤਨ ਦੇ ਜਨਮਦਾਤਾ ਸਨ। ਇਸ ਤੋਂ ਪਹਿਲਾਂ ਉਹਨਾਂ ਤੋਂ ਬਿਨਾਂ ਕਿਸੇ ਨੇ ਅਜਿਹੇ ਸਿਧਾਂਤ ਦਾ ਪ੍ਰਚਾਰ ਨਹੀਂ ਕੀਤਾ ਅਤੇ ਨਾ ਹੀ ਇਸ ਉੱਪਰ ਕਿਸੇ ਨੇ ਕੰਮ ਕੀਤਾ। ਇਤਿਹਾਸ ਦੇ ਵਿਦਿਆਰਥੀ ਜਿਨ੍ਹਾਂ ਨੂੰ ਭਾਰਤ ਦੀ ਅੰਗਰੇਜ਼ੀ ਸਰਕਾਰ ਦੇ ਗੁਪਤ ਕਾਰਜਾਂ ਨੂੰ ਵਾਚਣ ਦਾ ਮੌਕਾ ਮਿਲਿਆ ਹੈ, ਜਾਣਦੇ ਹਨ ਕਿ ਗਾਂਧੀ ਦੇ ਜਨਮ ਤੋਂ ਪਹਿਲਾਂ ਬਾਬਾ ਰਾਮ ਸਿੰਘ ਨਾਮਧਾਰੀ ਸਿੱਖਾਂ ਦੇ ਆਤਮਿਕ ਕ੍ਰਾਂਤੀਕਾਰੀ ਨੇਤਾ ਨੇ ਪੰਜਾਬ ਵਿੱਚ ਨਾ ਮਿਲਵਰਤਨ ਅਤੇ ਸਵਦੇਸ਼ੀ ਲਹਿਰ ਨੂੰ ਅੰਗਰੇਜ਼ ਰਾਜ ਦੇ ਖਿਲਾਫ ਅਤੇ ਭਾਰਤ ਨੂੰ ਸੁਤੰਤਰ ਕਰਵਾਉਣ ਲਈ ਸੰਗਠਿਤ ਕੀਤਾ। ਗਾਂਧੀ ਨੇ ਵਿਦੇਸ਼ੀ ਚੀਜ਼ਾਂ, ਵਿਦੇਸ਼ੀ ਸੇਵਾ ਅਤੇ ਕਚਹਿਰੀਆਂ ਦਾ ਬਾਈਕਾਟ ਕੀਤਾ ਤੇ ਅਜਿਹੇ ਯਾਦਗਾਰੀ ਕਦਮ ਬਾਬਾ ਰਾਮ ਸਿੰਘ ਨੇ ਉਠਾਏ ਅਤੇ ਉਹਨਾਂ ਨੇ ਵਿਦੇਸ਼ੀ ਸੂਚਨਾ ਤੇ ਆਵਾਜਾਈ ਦੇ ਸਾਧਨਾਂ ਦਾ ਵੀ ਬਾਈਕਾਟ ਕੀਤਾ। ਬਾਬਾ ਰਾਮ ਸਿੰਘ ਜੀ ਨਾ ਮਿਲਵਰਤਨ ਲਹਿਰ ਦੇ ਕੇਵਲ ਅਜਿਹੇ ਨਿਖੇਧਾਤਮਕ ਪੱਖ ਨਾਲ ਹੀ ਸੰਤੁਸ਼ਟ ਨਹੀਂ ਸਨ, ਸਗੋਂ ਉਹਨਾਂ ਨੇ ਇਸ ਦੇ ਸਮਾਨਾਂਤਰ ਇਹ ਸੇਵਾਵਾਂ ਪੈਦਾ ਕੀਤੀਆਂ। ਸਰਕਾਰ ਵਿੱਚ ਸਰਕਾਰ ਬਣਾਈ। ਕੇਂਦਰੀ ਪੁਲਿਸ ਦਫ਼ਤਰ ਲਾਹੌਰ ਵੱਲੋਂ ਜ਼ਿਲ੍ਹਾ ਸੁਪਰੀਡੈਂਟ ਪੁਲਿਸ ਨੂੰ ਜੋ ਗੁਪਤ ਸਰਕੂਲਰ 19 ਜਨਵਰੀ 1867 ਨੂੰ ਜਾਰੀ ਹੋਇਆ, ਉਸ ਚੋਂ ਹਵਾਲਾ ਹੈ। ਕੂਕੇ, ਜਿਨ੍ਹਾਂ ਨੂੰ ਕਦੇ ਕਦਾਈ ਸੰਤ ਖਾਲਸਾ ਆਖਿਆ ਜਾਂਦਾ ਹੈ, ਉਹਨਾਂ ਦਾ ਡਾਕਖਾਨਾ ਆਪਣਾ ਨਿੱਜੀ ਹੈ, ਜਿਸ ਦਾ ਸੰਗਠਨ ਬੜਾ ਸ਼ਲਾਘਾਯੋਗ ਜਾਪਦਾ ਹੈ। ਸਕਾਟਲੈਂਡ ਵਿੱਚ ਬੀਤੇ ਦਿਨਾਂ ਵਿੱਚ ਬੜੇ ਗੁਪਤ ਹੁਕਮ ਕੀਤੇ ਗਏ ਹਨ। ਇੱਕ ਕੂਕੇ ਪਾਸ ਜਦੋਂ ਕੋਈ ਉਸ ਫਿਰਕੇ ਦਾ ਵਿਅਕਤੀ ਡਾਕ ਲੈ ਕੇ ਪੁੱਜਦਾ ਹੈ ਤਾਂ ਉਸ ਵੇਲੇ ਭਾਵੇਂ ਉਹ ਕਿਸੇ ਕੰਮ ਵਿੱਚ ਲੱਗਿਆ ਹੋਇਆ ਹੋਵੇ, ਤੁਰੰਤ ਛੱਡ ਦਿੰਦਾ ਹੈ। ਜੇਕਰ ਉਹ ਖਾਣਾ ਖਾ ਰਿਹਾ ਹੈ ਤਾਂ ਹੋਰ ਬੁਰਕੀ ਮੂੰਹ ਵਿੱਚ ਨਹੀਂ ਪਾਉਂਦਾ। ਉਹ ਕੋਈ ਸਵਾਲ ਨਹੀਂ ਪੁੱਛਦਾ, ਲਿਖਤੀ ਸੰਦੇਸ਼ ਲੈ ਕੇ ਚੱਲ ਪੈਂਦਾ ਹੈ ਅਤੇ ਇਸ ਨੂੰ ਅਗਲੇ ਪੜਾਅ ਤੇ ਜਾਂ ਤੁਰ ਨਿਸ਼ਾਨੇ ਤੇ ਪਹੁੰਚਾ ਦਿੰਦਾ ਹੈ। ਮਹੱਤਵਪੂਰਨ ਸੰਦੇਸ਼ ਜ਼ਬਾਨੀ ਭੇਜੇ ਹਨ ਅਤੇ ਉਹ ਲਿਖਤ ਦੇ ਪਾਬੰਦ ਨਹੀਂ ਹੁੰਦੇ। ਜਿਵੇਂ ਮੇਜਰ ਪਾਰਕਿਨ ਦੇ ਕਹਿਣ ਅਨੁਸਾਰ ਉਹ ਜੀਟੀ ਰੋਡ ਦਾ ਰਾਹ ਛੱਡ ਕੇ ਫੇਰ ਵਾਲੇ ਰਾਹ ਥਾਣੀ ਸੰਦੇਸ਼ ਲੈ ਕੇ ਜਾਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ, ਭਾਵੇਂ ਇਹ ਮਸ਼ੀਨਰੀ ਧਾਰਮਿਕ ਸੁਧਾਰ ਲਈ ਸ਼ੁਰੂ ਕੀਤੀ ਗਈ ਹੈ, ਪਰ ਫਿਰ ਵੀ ਜੇਕਰ ਇਹ ਕਿਸੇ ਚਲਾਕ ਅਤੇ ਬੇਈਮਾਨ ਆਦਮੀ ਦੇ ਹੱਥਾਂ ਵਿੱਚ ਆ ਗਈ ਤਾਂ ਇਹ ਰਾਜਨੀਤਿਕ ਖਤਰੇ ਦਾ ਇੰਜਣ ਬਣਾਈ ਜਾ ਸਕੇਗੀ। ਮੇਜਰ ਪਾਰਕਿਨ ਪਾਸ ਇਹ ਸੂਚਨਾਵਾਂ ਪੁੱਜੀਆਂ ਹਨ ਕਿ ਕਿਸੇ ਸਮੇਂ ਜਦੋਂ ਦੇਸ਼ ਦੀ ਸਾਰੀ ਧਰਤੀ ਤੇ ਨਵੀਨ ਧਰਮ ਚੱਲੇਗਾ, ਕੂਕੇ ਆਪਣੇ ਦੇਸ਼ ਦੇ ਸਵਾਮੀ ਹੋਣ ਦੀਆਂ ਖੁੱਲ੍ਹਮ-ਖੁੱਲ੍ਹੀਆਂ ਗੱਲਾਂ ਕਰਦੇ ਹਨ। ਅੰਗਰੇਜ਼ ਸਰਕਾਰ ਬੇਚੈਨੀ ਮਹਿਸੂਸ ਕਰਨ ਲੱਗੀ ਅਤੇ ਇਸ ਲਹਿਰ ਉੱਪਰ ਨਿਗਰਾਨੀ ਸ਼ੁਰੂ ਕਰ ਦਿੱਤੀ। ਉਹਨਾਂ ਨੂੰ ਇਸ ਵਿੱਚੋਂ ਬਗਾਵਤ ਦੀ ਗੰਧ ਆਈ ਅਤੇ ਉਹਨਾਂ ਨੇ ਬਾਬਾ ਰਾਮ ਸਿੰਘ ਨੂੰ ਭਾਰਤ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਉਹਨਾਂ ਦੇ ਬਾਕੀ ਬਹੁਤ ਸਾਰੇ ਪੈਰੋਕਾਰਾਂ ਨੂੰ ਫਾਂਸੀ ਲਾ ਦਿੱਤਾ। ਕਿਉਂਕਿ ਬਾਬਾ ਰਾਮ ਸਿੰਘ ਦਾ ਕੰਮ ਵਡਿਆਈ ਯੋਗ ਹੈ, ਸੋ ਇਹ ਵਡਿਆਈ ਗਾਂਧੀ ਨੂੰ ਦਿੱਤੀ ਗਈ ਹੈ। ਉਹਨਾਂ ਦੇ ਪੈਰੋਕਾਰ ਜੋ ਤਾਕਤ ਵਿੱਚ ਹਨ, ਬਾਬਾ ਰਾਮ ਸਿੰਘ ਨੂੰ ਲੋਕਾਂ ਦੇ ਦਿਲੋਂ ਭੁਲਾਉਣਾ ਚਾਹੁੰਦੇ ਹਨ, ਨਹੀਂ ਤਾਂ ਕਿਵੇਂ ਉਹ ਭਾਰਤ ਦੇ ਪਹਿਲੇ ਕ੍ਰਾਂਤੀਕਾਰੀ ਦੀ ਯਾਦਗਾਰ ਉਸਾਰਨ ਦੀ ਆਪਣੀ ਅਸਫਲਤਾ ਬਾਰੇ ਲੋਕਾਂ ਨੂੰ ਦੱਸਣਗੇ, ਜਿਸ ਨੇ ਅੰਗਰੇਜ਼ਾਂ ਨੂੰ ਇਸ ਪਵਿੱਤਰ ਧਰਤੀ ਚੋਂ ਬਾਹਰ ਕੱਢਣ ਲਈ ਲੜਾਈ ਲੜੀ। ਗਾਂਧੀ ਦਾ ਸਿੱਖਾਂ ਪ੍ਰਤੀ ਰਵੱਈਆ ਉਦਾਸੀਨ ਰਿਹਾ ਸੀ। ਉਹਨਾਂ ਨੇ ਕੁਝ ਹੋਰ ਜਨੂੰਨੀ ਹਿੰਦੂਆਂ ਵਾਂਗ ਸਿੱਖਾਂ ਦੀ ਵੱਖਰੀ ਹੋਂਦ, ਉਹਨਾਂ ਦਾ ਧਰਮ ਅਤੇ ਜੀਵਨ ਜੁਗਤ ਨੂੰ ਇਸ ਆਧਾਰ ਤੇ ਮੰਨਣੋਂ ਨਾ ਕਰ ਦਿੱਤੀ ਕਿ ਇਹ ਹਿੰਦੂ ਧਰਮ ਚੋਂ ਉਤਪੰਨ ਹੋਏ ਹਨ। ਜੋ ਗੱਲਾਂ ਸਿੱਖ ਧਰਮ ਨੂੰ ਬਣਾਉਣ ਵਾਲੀਆਂ ਹਨ, ਭਾਵ ਧਾਰਮਿਕ ਗ੍ਰੰਥ ਤੇ ਵਿਸ਼ਵਾਸ ਅਤੇ ਗੁਰੂ ਸਾਹਿਬ ਦੇ ਜੀਵਨ ਦਾ, ਉਹਨਾਂ ਨੇ ਪੂਰੀ ਤਰ੍ਹਾਂ ਅਧਿਐਨ ਨਹੀਂ ਕੀਤਾ। 1940 ਵਿੱਚ ਉਹਨਾਂ ਨੇ ਮਾਸਟਰ ਤਾਰਾ ਸਿੰਘ, ਨਿਪੁੰਨ ਸਿੱਖ ਨੇਤਾ ਨੂੰ ਲਿਖਿਆ ਕਿ ਆਪ ਨੂੰ ਕਿਰਪਾਨ ਵਿੱਚ ਵਿਸ਼ਵਾਸ ਹੈ, ਸੋ ਇਹਨਾਂ ਦੀ ਕਾਂਗਰਸ ਨਾਲ ਅਤੇ ਕਾਂਗਰਸ ਦੀ ਉਹਨਾਂ ਨਾਲ ਕੁਝ ਵੀ ਸਾਂਝ ਨਹੀਂ ਹੈ। ਉਹਨਾਂ ਦਾ ਵਿਸ਼ਵਾਸ ਸੀ ਕਿ ਜਦ ਤੱਕ ਸਿੱਖ ਕਿਰਪਾਨ, ਜੋ ਉਹਨਾਂ ਦਾ ਧਾਰਮਿਕ ਚਿੰਨ੍ਹ ਹੈ, ਨੂੰ ਤਿਆਗਦੇ ਨਹੀਂ, ਉਹ ਅਹਿੰਸਾ ਯੋਗ ਨਹੀਂ। ਉਹ ਗੁਰੂ ਗੋਬਿੰਦ ਸਿੰਘ ਨੂੰ ਗੁੰਮਰਾਹ ਕਰਨ ਵਾਲਾ ਨੇਤਾ ਆਖਣ ਦੀ ਹੱਦ ਤਾਈਂ ਅੱਪੜ ਗਏ, ਕਿਉਂਕਿ ਉਹਨਾਂ ਨੇ ਕਿਰਪਾਨ, ਇਸ ਪਵਿੱਤਰ ਚਿੰਨ੍ਹ ਨੂੰ ਗ੍ਰਹਿਣ ਕਰਨ ਦਾ ਹੁਕਮ ਦਿੱਤਾ ਸੀ। ਇਸ ਕਾਰਨ ਸਿੱਖਾਂ ਵਿੱਚ ਕਾਫੀ ਗੁੱਸੇ ਦੀ ਲਹਿਰ ਫੈਲ ਗਈ। ਸਰਦਾਰ ਤੇਜਾ ਸਿੰਘ ਨੇ ਸਵੈ ਪਵਿੱਤਰਤਾ ਲਈ ਗਾਂਧੀਵਾਦ ਦੇ ਵਰਤ ਦੇ ਫਰੇਬ ਵੱਲ ਇਸ਼ਾਰਾ ਕਰਦਿਆਂ ਲਿਖਿਆ,
ਉਦਾਹਰਨ ਦੇ ਤੌਰ ਤੇ ਜਦੋਂ ਉਹ ਸਿੱਖਾਂ ਦੇ ਕੇਸ ਬਾਰੇ ਗਲਤ ਸੋਚਦੇ ਹਨ ਅਤੇ ਸਿੱਖ ਇਤਿਹਾਸ ਅਤੇ ਗ੍ਰੰਥਾਂ ਦੀ ਗਲਤ ਵਿਆਖਿਆ ਕਰਦੇ ਹਨ, ਉਹ ਉਹਨਾਂ ਨੂੰ ਅਕੈਦ ਦੁੱਖ ਦਿੰਦੇ ਹਨ ਤਾਂ ਉਹ ਚੁੱਪ ਰਹਿ ਕੇ ਆਪਣੀ ਆਤਮਾ ਨੂੰ ਪਵਿੱਤਰ ਨਹੀਂ ਕਰ ਸਕਦੇ। ਜਦੋਂ ਤਾਈਂ ਉਹਨਾਂ ਦੇ ਪ੍ਰਮਾਣਿਕ ਇਤਿਹਾਸ ਜਾਂ ਗੁਰੂ ਗੋਬਿੰਦ ਸਿੰਘ ਜਾਂ ਹੋਰ ਗੁਰੂ ਸਾਹਿਬਾਨ ਦੀ ਬਾਣੀ ਦਾ ਅਧਿਐਨ ਨਹੀਂ ਕਰਦੇ, ਜੇਕਰ ਉਹ ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਥਾਂ 3 ਮਹੀਨਿਆਂ ਲਈ ਸਿੱਖ ਗ੍ਰੰਥਾਂ ਦਾ ਅਧਿਐਨ ਕਰਨ ਤਾਂ ਉਹ ਸਿੱਖਾਂ ਪ੍ਰਤੀ ਕਾਫੀ ਹੱਦ ਤੱਕ ਅਸਹਿਣਸ਼ੀਲਤਾ ਦਾ ਤਿਆਗ ਕਰ ਦੇਣ ਅਤੇ ਸ਼ਾਇਦ ਹੋਰਨਾਂ ਦਾ ਵੀ ਜੋ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਹਨ, ਅਤੇ ਅਜਿਹਾ ਉਹਨਾਂ ਦੀ ਅਧਿਆਤਮਕ ਭਲਾਈ ਲਈ ਕਾਫੀ ਸਹਾਇਕ ਹੋਵੇਗਾ। ਗਾਂਧੀ ਜੀ ਨੇ ਸਿੱਖਾਂ ਨੂੰ ਸ਼ਾਂਤ ਕਰਨ ਲਈ ਯੰਗ ਇੰਡੀਆ ਵਿੱਚ 1 ਅਕਤੂਬਰ 1952 ਨੂੰ ਲਿਖਿਆ। AICC ਪਟਨਾ ਵਿਖੇ ਆਪਣੀ ਯਾਤਰਾ ਦੇ ਦੌਰਾਨ ਸਰਦਾਰ ਮੰਗਲ ਸਿੰਘ ਨੇ ਮੇਰਾ ਧਿਆਨ ਪਿਛਲੀ ਅਪ੍ਰੈਲ ਦੇ ਯੰਗ ਇੰਡੀਆ ਵਿੱਚ ਛਪੇ ਨਿਬੰਧ ਮੇਰਾ ਮਿੱਤਰ ਕ੍ਰਾਂਤੀਕਾਰੀ ਵੱਲ ਦਿਵਾਇਆ। ਉਹਨਾਂ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੇ ਮਿੱਤਰ ਨਾਰਾਜ਼ ਹੋ ਗਏ ਹਨ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਬਿਆਨ ਗੁੰਮਰਾਹ ਕਰਨ ਵਾਲੇ ਦੇਸ਼ ਭਗਤ ਦੇ ਰੂਪ ਵਿੱਚ ਕੀਤਾ ਹੈ, ਪਰ ਨਾਲ ਕ੍ਰਿਸ਼ਨ ਦੀ ਉਪਮਾ ਕੀਤੀ ਹੈ। ਸਰਦਾਰ ਜੀ ਨੇ ਮੈਨੂੰ ਆਖਿਆ ਕਿ ਇਸ ਪੈਰੇ ਦਾ ਕੀ ਭਾਵ ਹੈ, ਇਸ ਨੂੰ ਸਪਸ਼ਟ ਕਰਨ ਦਾ ਮੌਕਾ ਲੱਭੋ। ਉਹਨਾਂ ਨੇ ਮੇਰਾ ਧਿਆਨ ਸੁਚੇਤ ਪਾਠਕਾਂ ਵੱਲ ਦਿਵਾਇਆ ਕਿ ਜੋ ਨੋਟ ਕਰਨਗੇ ਕਿ ਮੇਰੀ ਭਾਸ਼ਾ ਬੜੀ ਸਵੈ ਰੱਖਿਅਕ ਹੈ। ਮੈਂ ਇਸ ਦੇ ਮੁਕਾਬਲੇ ਵਿੱਚ ਕੋਈ ਦਾਅਵਾ ਨਹੀਂ ਕੀਤਾ। ਜੋ ਕੁਝ ਮੈਂ ਆਖਿਆ ਮੇਰਾ ਵਿਸ਼ਵਾਸ ਹੈ ਕਿ ਜੋ ਬਿਆਨ ਮੈਂ ਉਸ ਸਮੇਂ ਦੇ ਬਹਾਦਰਾਂ ਬਾਰੇ ਸਮੇਤ ਗੁਰੂ ਗੋਬਿੰਦ ਸਿੰਘ ਦੇ ਕੀਤਾ, ਇਹ ਸੱਚਾ ਹੈ। ਜੇਕਰ ਮੈਂ ਉਹਨਾਂ ਦਾ ਸਮਕਾਲੀ ਵੀ ਹੁੰਦਾ ਤਾਂ ਵੀ ਮੈਂ ਉਹਨਾਂ ਨੂੰ ਗੁੰਮਰਾਹ ਕਰਨ ਵਾਲੇ ਦੇਸ਼ ਭਗਤ ਆਖਦਾ, ਪਰ ਅਗਲੇ ਵਾਕ ਵਿੱਚ ਹੀ ਮੈਂ ਇਹ ਵਧਾਉਣ ਦੀ ਕਾਹਲ ਕੀਤੀ ਕਿ ਮੈਨੂੰ ਉਹਨਾਂ ਨੂੰ ਪਰਖਣਾ ਨਹੀਂ ਚਾਹੀਦਾ। ਜਿੱਥੇ ਤੱਕ ਬਹਾਦਰਾਂ ਦੇ ਵਿਵਰਣ ਦਾ ਸੰਬੰਧ ਹੈ, ਮੈਂ ਇਤਿਹਾਸ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੇਰਾ ਸਿੱਖ ਗੁਰੂਆਂ ਬਾਰੇ ਵਿਸ਼ਵਾਸ ਹੈ ਕਿ ਉਹ ਸੰਪੂਰਨ ਧਾਰਮਿਕ ਗੁਰੂ ਅਤੇ ਸੁਧਾਰਕ ਸਨ। ਗਾਂਧੀ ਜੀ ਦੇ ਪੈਰੋਕਾਰਾਂ ਨੇ ਅਜੇ ਤਾਈਂ ਸਿੱਖਾਂ ਪ੍ਰਤੀ ਪੱਖਪਾਤ ਦਾ ਤਿਆਗ ਨਹੀਂ ਕੀਤਾ। ਸੰਤ ਵਿਨੋਬਾ ਭਾਵੇ ਨੇ, ਜੋ ਗਾਂਧੀ ਦੇ ਮੁਖੀ ਚੇਲਿਆਂ ਵਿੱਚੋਂ ਹੈ, ਹੁਣੇ ਹੀ ਸਿੱਖਾਂ ਦੀ ਕਿਰਪਾਨ ਧਾਰਨ ਦੀ ਪ੍ਰਥਾ ਦਾ ਮਖੌਲ ਉਡਾਉਂਦਿਆਂ ਆਖਿਆ ਕਿ ਅੱਜ ਕੱਲ੍ਹ ਉੱਤਮ ਹਥਿਆਰ ਮਿਲਦੇ ਹਨ, ਇਸ ਲਈ ਕਿਰਪਾਨ ਸਮੇਂ ਤੋਂ ਪੁਰਾਣਾ ਹਥਿਆਰ ਹੈ। ਉਹ ਇਹ ਭੁੱਲ ਗਿਆ ਕਿ ਕਿਰਪਾਨ ਧਾਰਨ ਕਰਨਾ ਸਿੱਖ ਰਹਿਤ ਮਰਿਆਦਾ ਦਾ ਅਸੂਲ ਹੈ। ਅਜਿਹੀ ਆਲੋਚਨਾ ਕਰਕੇ ਜ਼ਰੂਰੀ ਧਾਰਮਿਕ ਪੱਖਾਂ ਨਾਲ ਸੰਬੰਧਿਤ ਗੱਲਾਂ ਵਿੱਚ ਨਜਾਇਜ਼ ਦਖਲ ਦੇਣ ਦਾ ਜ਼ੁਲਮ ਕਰ ਰਿਹਾ ਹੈ। ਭਾਵੇਂ ਵਿਨੋਬਾ ਭਾਵੇ ਨੇ ਆਪਣੀ ਆਲੋਚਨਾ ਦੀ ਮਾਫੀ ਮੰਗ ਲਈ ਹੈ, ਪਰ ਸਿੱਖਾਂ ਨੂੰ ਇਸ ਪਿੱਛੇ ਕੰਮ ਕਰ ਰਹੀ ਸ਼ਖਸੀਅਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜੇਕਰ ਗਾਂਧੀ ਦੇ ਅਜਿਹੇ ਚੇਲੇ ਸਿੱਖ ਸਿਧਾਂਤ ਦੇ ਅਧਿਐਨ ਕਰਨ ਲਈ ਤਕਲੀਫ ਕਰਨ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਕਦੇ ਕਿਰਪਾਨ ਦਾ ਤਿਆਗ ਨਹੀਂ ਕਰ ਸਕਦੇ, ਕਿਉਂਕਿ ਜਿਵੇਂ ਜਨੇਊ ਹਿੰਦੂਆਂ ਦਾ ਪਵਿੱਤਰ ਚਿੰਨ੍ਹ ਹੈ, ਤਿਵੇਂ ਹੀ ਕਿਰਪਾਨ ਸਿੱਖਾਂ ਦਾ ਪਵਿੱਤਰ ਚਿੰਨ੍ਹ ਹੈ ਅਤੇ ਉਹ ਸਿੱਖ ਨਹੀਂ ਰਹਿ ਸਕਦਾ ਜੇਕਰ ਉਹ ਇਸ ਨੂੰ ਗ੍ਰਹਿਣ ਕਰਨੋਂ ਇਨਕਾਰ ਕਰਦਾ ਹੈ। ਉਸ ਨੂੰ ਇਸ ਦਾ ਤਿਆਗ ਕਰਨ ਲਈ ਆਪਣਾ ਧਰਮ ਦੇ ਤਿਆਗ ਲਈ ਆਖਣਾ ਹੈ। ਸਿੱਖ ਵੀ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਹਨ, ਪਰ ਉਹਨਾਂ ਦਾ ਸੰਕਲਪ ਗਾਂਧੀ ਨਾਲੋਂ ਵੱਖਰਾ ਹੈ। ਗੁਰੂ ਅਮਰਦਾਸ ਨੇ ਉਚਾਰਿਆ ਹੈ, ਆਪ ਮਰੇ ਅਵਰਾ ਨਹਿ ਮਾਰੇ, ਭਾਵ ਲੋਕਾਂ ਨੂੰ ਮਾਰਨ ਦੀ ਥਾਂ ਆਪਣੇ ਆਪ ਨੂੰ ਮਾਰਨਾ ਚਾਹੀਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਇਸ ਆਸ਼ੇ ਅਧੀਨ ਬੜੇ ਉਦਾਸੀਨ ਦੁੱਖ ਪਾਏ। ਉਹਨਾਂ ਦੀ ਕੋਸ਼ਿਸ਼ ਸੀ ਕਿ ਉਹ ਜ਼ਾਲਮ ਦੇ ਸਖਤ ਰਵੱਈਏ ਨੂੰ ਨਰਮ ਬਣਾਉਣ ਤਾਂ ਜੋ ਉਹਨਾਂ ਨੂੰ ਵਿਚਾਰ ਕਰਨ ਲਈ ਤਿਆਰ ਕਰ ਦੇਣ। ਗੁਰੂ ਅਰਜਨ ਦੇਵ ਜੀ ਨੂੰ ਜਿਉਂਦਿਆਂ ਤੱਤੀਆਂ ਤਵੀਆਂ ਤੇ ਬੈਠਣਾ ਪਿਆ ਤੇ ਗੁਰੂ ਤੇਗ ਬਹਾਦਰ ਜੀ ਨੂੰ ਲੋਕਾਂ ਸਾਹਮਣੇ ਕਤਲ ਕਰ ਦਿੱਤਾ, ਪਰ ਉਹਨਾਂ ਨੇ ਆਪਣੇ ਸਿੱਖਾਂ ਨੂੰ ਇਹ ਨਹੀਂ ਆਖਿਆ ਕਿ ਦੁਸ਼ਮਣ ਵਿਰੁੱਧ ਕਿਰਪਾਨ ਉਠਾਓ। ਅਗਸਤ 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਦੇ ਦੌਰਾਨ, ਜਿਸ ਦਾ ਮੰਤਵ ਸਿੱਖ ਧਾਰਮਿਕ ਅਸਥਾਨਾਂ ਨੂੰ ਪਵਿੱਤਰ ਬਣਾਉਣਾ ਸੀ, ਜੋ ਬਦਨਾਮ ਲੋਕਾਂ ਦੇ ਹੱਥਾਂ ਵਿੱਚ ਪੁੱਜ ਗਏ ਸਨ, ਸਿੱਖਾਂ ਨੇ ਅਹਿੰਸਾ ਦੀ ਮਿਸਾਲ ਸਥਾਪਿਤ ਕੀਤੀ। 1000 ਸਿੱਖ ਧਾਰਮਿਕ ਸਥਾਨ ਦੇ ਨੇੜੇ ਠਹਿਰ ਗਏ ਤੇ ਬਾਕੀ 4000 ਹਰਮੰਦਰ ਸਾਹਿਬ, ਜੋ 10 ਮੀਲ ਦੀ ਵਿੱਥ ਤੇ ਹੈ, ਠਹਿਰ ਗਏ। ਹਰ ਰੋਜ਼ ਉਹਨਾਂ 4000 ਸਿੱਖਾਂ ਵਿੱਚੋਂ, ਜਿਨ੍ਹਾਂ ਵਿੱਚੋਂ ਬਹੁਤੇ ਲੜਾਈ ਲੜੇ ਸਨ, ਸੋ ਦਾ ਜਥਾ ਇਹ ਸੁਗੰਧਾ ਖਾ ਕੇ ਦਰਬਾਰ ਸਾਹਿਬ ਤੋਂ ਚੱਲਦਾ ਕਿ ਅਸੀਂ ਅਹਿੰਸਾ ਦੇ ਸਿਧਾਂਤ ਤੇ ਵਿਚਾਰ ਅਤੇ ਕਰਮ ਪੱਖੋਂ ਦ੍ਰਿੜ ਰਹਾਂਗੇ, ਜਾਂ ਤਾਂ ਗੁਰੂ ਕੇ ਬਾਗ ਪੁੱਜਾਂਗੇ ਜਾਂ ਬੇਹੋਸ਼ੀ ਦੀ ਹਾਲਤ ਵਿੱਚ ਵਾਪਸ ਲਿਆਂਦਾ ਜਾਵੇਗਾ। ਇਸ ਤਰ੍ਹਾਂ 1000 ਦੇ ਸਮੂਹ ਚੋਂ ਹਰ ਰੋਜ਼ 25 ਵਿਅਕਤੀ ਇਹ ਕਸਮ ਖਾਂਦੇ। ਗੁਰਦੁਆਰੇ ਤੋਂ ਬਹੁਤੀ ਦੂਰ ਨਹੀਂ, ਨੇੜੇ ਹੀ ਪੁਲ ਉੱਪਰ ਪੁਲਿਸ ਲੋਹੇ ਦੀਆਂ ਸੰਮਾਂ ਵਾਲੀਆਂ ਡਾਂਗਾਂ ਲਈ ਇਸ ਮੋਰਚੇ ਦੀ ਨਾਕਾਬੰਦੀ ਕਰਨ ਲਈ ਉਹਨਾਂ ਦੀ ਉਡੀਕ ਕਰ ਰਹੀ ਹੁੰਦੀ।
ਸਿੱਖ ਕਾਲੀਆਂ ਪੱਗਾਂ ਉੱਪਰ ਚਿੱਟੇ ਹਾਰ ਲਪੇਟੀ ਹਰ ਰੋਜ਼ ਉੱਥੇ ਪੁਲਿਸ ਪਾਸ ਪੁੱਜ ਜਾਂਦੇ ਅਤੇ ਮੂਕ ਅਰਦਾਸ ਕਰਨੀ ਸ਼ੁਰੂ ਕਰ ਦਿੰਦੇ। ਪੁਲਿਸ ਆਪਣੀਆਂ ਲੋਹੇ ਦੀਆਂ ਸੰਮਾਂ ਵਾਲੀਆਂ ਡਾਂਗਾਂ ਨਾਲ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਅਤੇ ਉਨਾ ਚਿਰ ਕੁੱਟੀ ਜਾਂਦੀ ਜਿੰਨਾ ਚਿਰ ਉਹਨਾਂ ਦੇ ਲਹੂ ਨਾ ਵਗਣ ਲੱਗ ਪੈਂਦਾ ਅਤੇ ਬਹਾਦਰ ਸਿੱਖ ਬੇਹੋਸ਼ ਹੋ ਕੇ ਡਿੱਗ ਨਾ ਪੈਂਦੇ। ਇਹ ਨਵੇਂ ਢੰਗ ਦੀ ਬੀਰਤਾ ਸੀ ਜਿਸ ਨੂੰ ਕਰੜੀ ਸਜ਼ਾ ਅਤੇ ਆਤਮਿਕ ਯੁੱਧ ਰਾਹੀਂ ਪਾਣ ਚਾੜੀ ਸੀ। C.F. ਐਡਰੀਓ ਦੇ ਸ਼ਬਦਾਂ ਵਿੱਚ, ਇਹ ਨਵੇਂ ਢੰਗ ਦੀ ਬੀਰਤਾ ਸੀ ਜੋ ਦੁੱਖ ਤਕਲੀਫਾਂ ਰਾਹੀਂ ਇਸ ਧਰਤ ਤੇ ਜਨਮੀ ਸੀ। ਨੈਤਿਕ ਯੁੱਧ ਵਿੱਚ ਇੱਕ ਨਵੀਂ ਸਿੱਖਿਆ ਜਗਤ ਨੂੰ ਦਿੱਤੀ ਗਈ। ਮੈਨੂੰ ਇਸ ਨੇ ਸਲੀਬ ਦੀ ਯਾਦ ਦਿਵਾਈ ਹੈ। ਉਹੀ ਸਖਤ ਦੁੱਖ ਤਕਲੀਫਾਂ ਅਤੇ ਉਹੀ ਸ਼ਾਂਤ ਪਵਿੱਤਰ ਵਾਤਾਵਰਣ। ਗਾਂਧੀ ਨੇ ਇਸ ਲਹਿਰ ਦੀ ਹਮਾਇਤ ਨਹੀਂ ਕੀਤੀ। ਉਹਨਾਂ ਨੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਸਿੱਖ ਗਲਤ ਰਾਹ ਤੇ ਹਨ। ਉਹਨਾਂ ਨੇ ਲਿਖਿਆ, ਉਹਨਾਂ ਨੇ ਆਪਣੇ ਉਦੇਸ਼ ਖਾਤਰ, ਜਿਹੜਾ ਉਹਨਾਂ ਨੂੰ ਜਾਨ ਜਿੰਨਾ ਪਿਆਰਾ ਹੈ, ਪਾਣੀ ਵਾਂਗ ਲਹੂ ਵਹਾਇਆ। ਹੋ ਸਕਦਾ ਹੈ ਉਹਨਾਂ ਨੇ ਗਲਤੀ ਕੀਤੀ ਹੋਵੇ। ਜੇਕਰ ਗਲਤੀ ਹੈ ਤਾਂ ਉਹ ਆਪ ਹਨ ਜਿਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ ਖੂਨ ਵਹਾਇਆ। ਜਦੋਂ 1923 ਵਿੱਚ ਅੰਗਰੇਜ਼ ਸਰਕਾਰ ਨੇ ਯੁਵਕ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹਿਆ, ਜਿਸ ਦਾ ਕਾਰਨ ਉਸ ਦੀ ਅਕਾਲੀ ਲਹਿਰ ਨਾਲ ਹਮਦਰਦੀ ਸੀ, ਉਸ ਨੂੰ ਬੜੇ ਜ਼ਲੀਲ ਕਰਨ ਵਾਲੇ ਹਾਲਾਤ ਵਿੱਚ ਆਪਣੀ ਰਿਆਸਤ ਛੱਡਣ ਲਈ ਮਜਬੂਰ ਕੀਤਾ। ਸਿੱਖਾਂ ਨੇ ਗੰਗਸਰ ਜੇਤੋਂ ਵਿਖੇ ਮਹਾਰਾਜੇ ਨੂੰ ਧੱਕੇ ਨਾਲ ਗੱਦੀ ਤੋਂ ਲਾਹੁਣ ਵਿਰੁੱਧ ਰੋਸ ਪ੍ਰਗਟ ਕਰਨ ਲਈ ਦੀਵਾਨ ਕੀਤਾ। ਜਦੋਂ ਧਾਰਮਿਕ ਦੀਵਾਨ ਚੱਲ ਰਿਹਾ ਸੀ ਤਾਂ ਵਰਦੀ ਸਮੇਤ ਹਥਿਆਰਬੰਦ ਸਿਪਾਹੀ ਗੁਰਦੁਆਰੇ ਆ ਵੜੇ, ਜਿੱਥੇ ਸਿੱਖ ਬੈਠੇ ਅਖੰਡ ਪਾਠ ਸੁਣ ਰਹੇ ਸਨ। ਸਾਰੀ ਸੰਗਤ ਸਮੇਤ ਬਾਣੀ ਪੜ੍ਹਨ ਵਾਲੇ ਅਤੇ ਸੁਣਨ ਵਾਲਿਆਂ ਦੇ ਗ੍ਰਿਫਤਾਰ ਕਰ ਲਈ ਗਈ, ਜੋ ਅਜੀਬ ਪ੍ਰਕਾਰ ਦੀ ਬੇਅਦਬੀ ਸੀ। ਗ੍ਰੰਥੀ ਜੋ ਉਸ ਸਮੇਂ ਪਾਠ ਕਰ ਰਿਹਾ ਸੀ, ਉਸ ਨੂੰ ਬਾਹੋਂ ਫੜ ਕੇ ਘੜੀਸ ਲਿਆ ਗਿਆ ਅਤੇ ਗ੍ਰਿਫਤਾਰ ਕਰ ਲਿਆ। ਤਾਰ ਰਾਹੀਂ ਜੋ ਦੀ ਟ੍ਰਿਬਿਊਨ ਵਿੱਚ ਸਤੰਬਰ 1923 ਨੂੰ ਛਪੀ ਐਸੋਸੀਏਟ ਪ੍ਰੈਸ ਨੇ ਵੀ ਇਸ ਬਿਆਨ ਨੂੰ ਸਵੀਕਾਰ ਕੀਤਾ। ਇਸ ਬੇਅਦਬੀ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਨੇੜੇ ਦੇ ਪਿੰਡਾਂ 'ਚੋਂ ਬਹੁਤ ਸਾਰੇ ਸਿੱਖ ਗੁਰਦੁਆਰੇ ਅਖੰਡ ਪਾਠ ਦੁਬਾਰਾ ਕਰਵਾਉਣ ਲਈ ਚੱਲ ਪਏ। ਸਰਕਾਰ ਨੇ ਉਹਨਾਂ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਤੇ ਬੰਧਨ ਲਾ ਦਿੱਤਾ ਤੇ ਇਸ ਤਰ੍ਹਾਂ ਅੰਦੋਲਨ ਸ਼ੁਰੂ ਹੋ ਗਿਆ। 29 ਸਤੰਬਰ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਐਲਾਨ ਕਰਦਿਆਂ ਮਤਾ ਪਾਸ ਕੀਤਾ, ਭਾਰਤ ਦੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਹੱਕਾਂ ਨੂੰ ਵੰਗਾਰਿਆ ਹੈ। ਇਹ ਉਹ ਹੱਕ ਹਨ ਜਿਨ੍ਹਾਂ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ। ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਕਾਇਮ ਰੱਖਣ ਦੇ ਫਰਜ਼ ਨੂੰ ਕਦੇ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਂਤ ਅਤੇ ਕਾਨੂੰਨੀ ਸਾਧਨਾਂ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਨੂੰ ਕਾਇਮ ਰੱਖਣ ਲਈ ਅਤੇ ਆਪਣੇ ਧਾਰਮਿਕ ਹੱਕਾਂ ਦੀ ਬੇਰੋਕ ਵਰਤੋਂ ਕਰਨ ਲਈ, ਜਿਨ੍ਹਾਂ ਨੂੰ ਵੰਗਾਰਿਆ ਗਿਆ ਹੈ, ਬੜੀ ਗੰਭੀਰਤਾ ਨਾਲ ਦ੍ਰਿੜ ਇਰਾਦੇ ਦੀ ਘੋਸ਼ਣਾ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਹੈ ਕਿ ਪਰਮਾਤਮਾ ਦੀ ਦਇਆ ਨਾਲ ਪੰਥ ਬੜੀ ਸਖਤੀ ਨਾਲ ਅਹਿੰਸਾ ਨੀਤੀ ਅਪਣਾਏਗਾ ਅਤੇ ਏਕਤਾ ਤੇ ਵਿਸ਼ਵਾਸ ਨਾਲ ਕਮੇਟੀ ਦੇ ਉਲੀਕੇ ਪੰਥ ਦਾ ਪਾਂਧੀ ਬਣੇਗਾ। ਪਰਮਾਤਮਾ ਤੇ ਗੁਰੂ ਦੇ ਨਾਂ ਉਹ ਸ਼ਾਂਤਮਈ ਅਤੇ ਕਾਨੂੰਨੀ ਸਾਧਨਾ ਰਾਹੀਂ ਪੂਰੇ ਜ਼ੋਰ ਅਤੇ ਵਿਸ਼ਵਾਸ ਸਹਿਤ ਸੰਘਰਸ਼ ਜਾਰੀ ਰੱਖੇਗਾ, ਜਿੰਨਾ ਚਿਰ ਉਹਨੂੰ ਪੂਰਨ ਧਾਰਮਿਕ ਆਜ਼ਾਦੀ ਨਹੀਂ ਮਿਲ ਜਾਂਦੀ। ਗਾਂਧੀ ਜੀ ਨੇ ਸਿੱਖ ਲਹਿਰ ਦੀ ਪੂਰੀ ਹਮਾਇਤ ਕਰਨ ਦੀ ਥਾਂ ਇਸ ਨੂੰ ਸ਼ੱਕੀ ਨਿਗਾਹ ਨਾਲ ਦੇਖਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਕਿ ਉਹ ਇਹ ਘੋਸ਼ਣਾ ਕਰੇ, ਪਹਿਲੀ, ਇਹ ਲਹਿਰ ਹਿੰਦੂ ਜਾਂ ਕਿਸੇ ਹੋਰ ਜਾਤੀ ਜਾਂ ਧਰਮ ਦੇ ਵਿਰੁੱਧ ਨਹੀਂ ਹੈ ਅਤੇ ਦੂਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿੱਖ ਰਾਜ ਸਥਾਪਿਤ ਕਰਨ ਦੀ ਕੋਈ ਇੱਛਾ ਨਹੀਂ ਹੈ। ਸੰਘਰਸ਼ ਦੇ ਦਰਮਿਆਨ ਸਿੱਖਾਂ ਦੇ ਪੂਰਨ ਅਹਿੰਸਾਤਮਕ ਉਤਸ਼ਾਹ ਦੀ ਉਪਮਾ ਕਰਨ ਦੀ ਥਾਂ ਗਾਂਧੀ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਕਿ ਉਹ ਸਾਧਨ ਜਿਨ੍ਹਾਂ ਰਾਹੀਂ ਅਹਿੰਸਾ ਸਪਸ਼ਟ ਰੂਪ ਵਿੱਚ ਸਥਾਪਿਤ ਹੋਵੇ ਬਾਰੇ ਬਿਆਨ ਜਾਰੀ ਰੱਖੋ। ਇਹ ਮਹਿਸੂਸ ਕਰਦਿਆਂ ਕਿ ਸਿੱਖ ਉਹਨਾਂ ਦੇ ਅਹਿੰਸਾ ਦੇ ਸੰਕਲਪ ਨੂੰ ਸਵੀਕਾਰ ਨਹੀਂ ਕਰ ਸਕਦੇ, ਉਹਨਾਂ ਨੇ ਸਿੱਖਾਂ ਨੂੰ ਸੀਮਤ ਮੰਤਵ ਭਾਵ ਗੁਰਦੁਆਰਾ ਸੁਧਾਰ ਦੇ ਅੰਦੋਲਨ ਲਈ ਇਸ ਨੂੰ ਸਵੀਕਾਰ ਕਰਨ ਦੀ ਪ੍ਰੇਰਨਾ ਦੇਣ ਦਾ ਯਤਨ ਕੀਤਾ। ਉਹਨਾਂ ਨੇ ਲਿਖਿਆ, ਇਹਨਾਂ ਸ਼ਬਦਾਂ ਰਾਹੀਂ ਮੈਂ ਇਹ ਸੰਦੇਸ਼ ਨਹੀਂ ਦੇਣਾ ਚਾਹੁੰਦਾ ਕਿ ਅਹਿੰਸਾ, ਜਿਹਾ ਕਿ ਉਪਰੋਕਤ ਲਿਖਤ ਵਿੱਚ ਹਵਾਲਾ ਹੈ, ਸਿੱਖਾਂ ਦਾ ਆਖਰੀ ਵਿਸ਼ਵਾਸ ਹੈ ਅਤੇ ਜਿਸ ਦਾ ਮੈਨੂੰ ਪਤਾ ਹੈ ਕਿ ਅਜਿਹਾ ਨਹੀਂ ਹੈ। ਪਰ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਉਹਨਾਂ ਦੇ ਢੰਗ, ਜਿੱਥੋਂ ਤੱਕ ਗੁਰਦੁਆਰਾ ਲਹਿਰ ਦਾ ਸੰਬੰਧ ਹੈ, ਬਿਲਕੁਲ ਅਹਿੰਸਕ ਹੋਣਗੇ। ਕਹਿਣ ਦਾ ਭਾਵ ਕਿ ਅਕਾਲੀ ਵਿਚਾਰ
शब्द अते कर्म विच हर व्यक्ति नाल, भावें ओह सरकारी होवे, अंग्रेज जां होर, ओह भावें लोकां विच होवे जो किसी होर संप्रदाय नाल संबंधित होण, भावें ओह अकाली लहर दे मंतव दा विरोधी होवे, बिल्कुल अहिंसक रहणगे। गांधी जी दे संकल्प अनुसार बहुत सारे लोग जो सत्याग्रह करते हैं उस समय उन्हां अंदर ताकत विखाउण दी इच्छा भी हुंदी है। सो उन्हां दे सुझाव दिता कि 500 दे शहीदी जथे दी बजाए 1 जां 2 सिख गुरुद्वारा जैतो विखे अपने हक्कां दा दावा करन लई जाण। इस सुझाव नूं श्रोमणी गुरुद्वारा प्रबंधक कमेटी ने अस्वीकार कर दिता क्योंकि यह सिख सिद्धांतां दे उल्ट सी। श्रोमणी गुरुद्वारा प्रबंधक कमेटी दे सकत्तर ने गांधी नूं सूचना हित लिखिया। सरकार ने खुले रूप विच अपनी दिशा बदल लई है अते उसने यात्रुआं दी गिणती अते राहां दी गिणती अते संगत दे गुरुद्वारे ठहरन दे समय उपर पाबंदियां लाउण दा यतन कीता है। सिखां लई अजिहियां हद्दां मन लैण दा भाव अपने धार्मिक हक्कां दी बाजी नूं हारिया मन लैणा है। आप दे सुझाव अनुसार सत्याग्रहियां दी हद 1 जां 2 होवे, पर आप नूं सिख धर्म विच संगत संस्था दी महत्ता अते जैतो दे संघर्ष विच शामिल असूलां दी गिणती बारे ज्ञान नहीं है। जिहा आप गुरुद्वारा सुधार लहर दे पहले अध्याय विच देखोगे कि संगत दा जुड़ना ते संगत विच भगती करना सिख धर्म दा एक हिस्सा है। यह विश्वास किया जाता है कि संगत विच गुरु शामिल है। गुरु नानक साहिब तो लैके हुण तक सिख बहु गिणती विच गुरुद्वारे आउंदे अते संगत विच जुड़ के बैठते हैं। स्वतंत्र अते बेरोक धार्मिक हक्कां दी वरतों बिना गुरुद्वारियां दी आज़ादी दा कोई अर्थ नहीं है। इसे ही स्थान ते इस सवाल नूं स्पष्ट रूप विच इस लहर विच नहीं शामिल किया गया। सो कुछ लोकां नूं जैतो दे संघर्ष विकास नूं समझण विच औकड़ आउंदी है। गांधी जी का सुझाव कि अंग्रेज अधिकारी जदों गिरफ्तारी का हुक्म सुणाउंदा है तां जथे दे मैंबरां नूं चाहीदा है कि ओह इनकार ना करन। इस नूं भी सिखां ने रद्द कर दिता। श्रोमणी गुरुद्वारा प्रबंधक कमेटी के सकत्तर ने गांधी नूं लिखिया, जिथे ताईं गिरफ्तारी की इनकारी का सवाल है यह अजे ताईं पैदा नहीं होया अते इस बारे बहस अजे सिद्धांतक ही है। जेकर अजिहा होवे कि सिख विश्वास रखते हैं कि उन्हां दा हक है कि अहिंसा की कसम कारण ओह कष्ट सह के भी गिरफ्तारी देण तो इनकार कर देण, पर जदों ओह अजिहे हुक्म नूं ना मन्नणगे तां सिर्फ निष्क्रिय विरोध ही पेश किया जावेगा। बिल्कुल कोई भी बदलाव नहीं है। गिरफ्तारी दे हुक्म नूं ना मन्नण दा भाव सिर्फ अपने आप लई होर दुखां नूं सुनेहा भेजना है। जेकर साडी यात्रा नूं समाप्त करन लई एक शब्द ही काफ़ी है अते बिल्ली चूहे वाली राजनीति अगे झुकना है तां ओह रोकू शब्द हरमंदर साहिब तो कदम बाहर रखदियां ही उचारिया जा सकदा है जां जदों असीं अजे घरे ही होईए। असल विच उस हुक्म की घोषणा पहले ही हो गई है। जेकर हुक्म की हाज़री विच निचले हो के बैठना है तां इस नालों चंगा है कि असीं अंदोलन ही समाप्त कर दईए। एक होर अमली विचार तजर्बे विच आया है कि कष्ट नूं असरदायक बनाउण लई जरूरी है कि प्रभावशाली नारिਆਂ ਦਾ रूप धारण करे ਅਤੇ इस दी डूंघाई दबाउण वाले दे हिरदे नालों भिन्न होवे। यह प्रतੱਖ तੱਥ है कि सरकार सख्त तो सख्त बनती गई है। उपरोक्त उत्तर गांधी जी दे अपने व्यवहार मुताबिक सी, पर उन्हां दे सिख लहर अते अपनी सिविल नाफरमानी नूं सलाहुण दा माप वक्खो वक् सन। उन्हां ने आप घोषित किया सी, यह असल निश्चय नूं दलील नाल अगे लै जाना नहीं, यह अपने आप नूं घुम रहीआं ताकतां विच घोलना है। निश्चा है जां नहीं, बरतानिया अपने भारती व्यापार अते भलाई लई अपनियां सारियां ताकतां दी वरतों करेगा। इस सिट्टे वजों भारत नूं हर हालत विच अपने आप नूं मौत दी गलवकड़ी चों आज़ाद करन लई काफ़ी ताकत वधाउणी चाहीदी है। अंग्रेज कौम केवल ताकत दा जवाब दिंदी है। मैं निवेदन, डेपुटेशन अते निमरताना गलबात वाली राजनीति विच विश्वास रखदा हां, पर यह सब बेअर्थ गईयां हन। मैं जानदा हां कि इस सरकार नूं मनाउण लई यह राह नहीं हन। राज धरो मेरा धर्म बन गया है। साडी लड़ाई अहिंसा की लड़ाई है। गांधी जी की सिविल नाफरमानी की लहर बारे जुलाई 1930 विच वायसराय लॉर्ड इरविन ने
ਭਾਰਤੀ ਵਿਧਾਨ ਸਭਾ ਦੇ ਦੋਵਾਂ ਹਾਊਸਾਂ ਨੂੰ ਸੰਬੋਧਨ ਕਰਦਿਆਂ ਬੜੇ ਸਪਸ਼ਟ ਰੂਪ ਵਿੱਚ ਐਲਾਨ ਕੀਤਾ। ਮੇਰੇ ਅਤੇ ਸਰਕਾਰ ਦੇ ਵਿਚਾਰ ਵਿੱਚ ਇਹ ਸਿਵਲ ਨਾਫਰਮਾਨੀ ਲਹਿਰ ਵਿਚਾਰਿਆ ਹੋਇਆ ਯਤਨ ਹੈ ਕਿ ਸਥਾਪਿਤ ਸਰਕਾਰ ਨੂੰ ਜਨਤਕ ਕਰਮ ਰਾਹੀਂ ਦਬਾਇਆ ਜਾਵੇ। ਜਨਤਕ ਕਰਮ ਭਾਵੇਂ ਇਸ ਨੂੰ ਚਲਾਉਣ ਵਾਲਿਆਂ ਦਾ ਝੁਕਾਓ ਅਹਿੰਸਕ ਹੈ, ਪਰ ਇਹ ਕੁਝ ਨਹੀਂ ਸਗੋਂ ਇੱਕ ਹੋਰ ਰੂਪ ਅਧੀਨ ਤਾਕਤ ਦਾ ਨਿਵੇਦਨ ਹੈ। ਸਿੱਖਾਂ ਲਈ ਗਾਂਧੀ ਜੀ ਦੀ ਸਿੱਖਿਆ ਉਹਨਾਂ ਦੇ ਗੁਰੂ ਸਾਹਿਬਾਨ ਦੀ ਆਵਾਜ਼ ਦਾ ਸਪਸ਼ਟ ਦੁਹਰਾਅ ਸੀ। ਇਹ ਉਹਨਾਂ ਨੇ ਆਪਣੇ ਵਿਵਹਾਰ ਅਤੇ ਬਚਨਾਂ ਦਾ ਸਪਸ਼ਟ ਸਵੈ ਵਿਰੋਧ ਸੀ। ਸਿੱਖ ਗਾਂਧੀ ਜੀ ਦੀ ਇਸ ਚਾਲ ਨੂੰ ਸਮਝਣ ਲਈ ਕਾਫੀ ਸਿਆਣੇ ਸਨ, ਸੋ ਠੀਕ ਉਹਨਾਂ ਨੇ ਇਸ ਨੂੰ ਰੱਦ ਕਰ ਦਿੱਤਾ। ਮਿਸਟਰ K.S. ਪਾਨੀਕਰ, ਜਿਸ ਨੂੰ ਗਾਂਧੀ ਜੀ ਨੇ ਲਹਿਰ ਨੂੰ ਨੇੜਿਓਂ ਦੇਖਣ ਅਤੇ ਉਹਨਾਂ ਨੂੰ ਸਮੇਂ-ਸਮੇਂ ਇਸ ਦੇ ਵਿਕਾਸ ਬਾਰੇ ਸੂਚਨਾ ਦੇਣ ਲਈ ਨਿਰੀਖਕ ਨਿਯੁਕਤ ਕੀਤਾ ਸੀ, ਉਸਨੇ ਗਾਂਧੀ ਨੂੰ ਲਿਖਿਆ, ਸਰਕਾਰ ਜਾਣ-ਬੁੱਝ ਕੇ ਇਸ ਵਿਚਾਰ ਨੂੰ ਹੌਸਲਾ ਦੇ ਰਹੀ ਹੈ ਕਿ ਸਿੱਖ ਰਾਜ ਦੀ ਸਥਾਪਨਾ ਇਸੇ ਕਰਕੇ ਕਰਨੀ ਚਾਹ ਰਹੇ ਹਨ ਕਿ ਸਿੱਖਾਂ ਤੇ ਹਿੰਦੂਆਂ ਵਿੱਚ ਪਾੜ ਪੈ ਜਾਵੇ। ਸੋ ਉਹਨਾਂ ਨੇ ਗਾਂਧੀ ਜੀ ਨੂੰ ਸਲਾਹ ਦਿੱਤੀ ਕਿ ਇਹ ਸਟੇਟਮੈਂਟ ਦਿਓ ਕਿ ਸਿੱਖਾਂ ਦੀਆਂ ਧਾਰਮਿਕ ਮੰਗਾਂ ਜਾਇਜ਼ ਹਨ ਅਤੇ ਉਹਨਾਂ ਦੀ ਰਾਜਨੀਤਿਕ ਅੰਦੋਲਨ ਨਾਲ ਹਮਾਇਤ ਕੀਤੀ ਜਾਵੇ। ਪਰ ਗਾਂਧੀ ਨੇ ਅਜਿਹੀ ਸਟੇਟਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ, ਸਗੋਂ ਉਹਨਾਂ ਨੇ ਸਿੱਖਾਂ ਨੂੰ ਆਜ਼ਾਦੀ ਮਿਲਣ ਤੱਕ ਅੰਦੋਲਨ ਸਥਾਪਿਤ ਕਰਨ ਲਈ ਆਖਿਆ, ਜਿਸ ਨੂੰ ਬਾਅਦ ਵਿੱਚ ਉਹਨਾਂ ਨੇ ਆਪ ਭਾਰਤੀ ਆਜ਼ਾਦੀ ਲਈ ਫੈਸਲਾ ਕੁਨ ਜੰਗ ਆਖ ਕੇ ਬਿਆਨਿਆ। ਉਹਨਾਂ ਨੇ ਲਿਖਿਆ, ਪਰ ਮੈਂ ਅਕਾਲੀਆਂ ਨੂੰ ਆਖਾਂਗਾ ਕਿ ਹੋਰ ਸੋਚ ਵਿਚਾਰ ਬਿਨਾਂ ਅਤੇ ਉਹਨਾਂ ਨੇਤਾਵਾਂ ਦੀ ਜੋ ਸਿੱਖ ਜਾਤੀ ਤੋਂ ਬਾਹਰ ਨੇ ਅਤੇ ਜੋ ਹੁਣ ਤਾਈਂ ਸਿੱਖਾਂ ਨੂੰ ਸਿੱਖਿਆ ਦਿੰਦੇ ਹਨ ਦੀ ਸਲਾਹ ਬਿਨਾਂ ਹੋਰ ਜਥੇ ਨਾ ਭੇਜਣ। ਸੋ ਮੈਂ ਆਖਦਾ ਹਾਂ ਕਿ ਆਪਣੇ ਆਪ ਦੀ ਖੋਜ ਕਰੋ। ਜੇਕਰ ਤੁਸੀਂ ਦੇਖਦੇ ਹੋ ਕਿ ਆਪ ਆਪਣੀ ਪੱਧਰ ਲਈ ਸੱਚੇ ਨਹੀਂ, ਜਿਸ ਨੂੰ ਤੁਸੀਂ ਮੁੱਖ ਰੱਖਿਆ ਸੀ, ਤਾਂ ਇਸ ਸਮੇਂ ਅਗਲੇ ਮੁਜ਼ਾਹਰੇ ਬੰਦ ਕਰ ਦਿਓ। ਉਹਨਾਂ ਨੇ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ, ਮੇਰੇ ਤਾਜ਼ਾ ਵਿਚਾਰ ਪੱਤਰ ਸਿਰਫ ਸ਼ਹੀਦੀ ਜਥੇ ਭੇਜਣ ਨੂੰ ਮੁਅੱਤਲ ਕਰਨ ਦੀ ਸਿੱਖਿਆ ਸੀ, ਨਾ ਕਿ ਜਥਿਆਂ ਨੂੰ ਬਿਲਕੁਲ ਬੰਦ ਕਰਨ ਦੀ। ਗਾਂਧੀ ਦੇ ਅਜਿਹੇ ਵਰਤਾਅ ਨੇ ਉਹਨਾਂ ਨੂੰ ਸਿੱਖਾਂ ਪਾਸੋਂ ਦੂਰ ਕਰ ਦਿੱਤਾ। ਮੰਗਲ ਸਿੰਘ, ਜੋ ਸਿੱਖਾਂ ਚੋਂ ਗਾਂਧੀ ਦਾ ਪ੍ਰਤੀਨਿਧ ਸੀ, ਨੇ ਗਾਂਧੀ ਜੀ ਨੂੰ ਸੂਚਿਤ ਕਰਦਿਆਂ ਆਖਿਆ ਕਿ ਮੈਂ ਸਿੱਖ ਨੇਤਾਵਾਂ ਨੂੰ ਆਪ ਦੇ ਵਿਚਾਰ ਦਾ ਅਨੁਸਾਰੀ ਬਣਾਉਣ ਤੋਂ ਅਸਫਲ ਹੋ ਗਿਆ ਹਾਂ ਅਤੇ ਮੈਂ ਲਹਿਰ ਨਾਲੋਂ ਆਪਣੇ ਸਾਰੇ ਸੰਬੰਧ ਤੋੜ ਲਏ ਹਨ। ਤੀਜਾ, ਲਖਨਊ ਦੀ ਸੰਧੀ ਅਤੇ ਉਸ ਤੋਂ ਉਪਰੰਤ। ਭਾਰਤ ਨਾ ਇੱਕ ਹੈ ਅਤੇ ਨਾ ਹੀ ਸੀ। ਸਰ ਜਾਨ ਸਟ੍ਰੈਚਰ। ਕੀ ਭਾਰਤ ਦੇ ਲੋਕ ਇੱਕ ਹਨ? ਕਿੰਨੀ ਦੂਰ ਤਾਈਂ ਫੈਲੇ ਭਾਰਤ ਦੇ ਇਹਨਾਂ ਵੱਡੇ ਦੀਪਾਂ ਉਪਦੀਪਾਂ ਦੀਆਂ ਭਿੰਨ-ਭਿੰਨ ਜਾਤੀਆਂ ਅਤੇ ਧਰਮਾਂ ਦੇ ਇਕੱਠ ਨੂੰ, ਜਿਸ ਵਿੱਚ ਜਾਤੀ, ਭਾਸ਼ਾ ਅਤੇ ਹੋਰ ਕਈ ਭੇਦਾਂ ਕਾਰਨ ਸੀਮਾਵਾਂ ਅਤੇ ਵੰਡੀਆਂ ਪਈਆਂ ਹੋਈਆਂ ਹਨ ਅਤੇ ਜਿੱਥੇ ਲੋਕਾਂ ਦੇ ਸਮਾਜਿਕ ਅਤੇ ਸੱਭਿਆਚਾਰਕ ਪੱਧਰ ਬਿਲਕੁਲ ਵੱਖ ਹਨ। ਕੀ ਇਹ ਰਾਸ਼ਟਰ ਸਵੀਕਾਰ ਕੀਤਾ ਜਾ ਸਕਦਾ ਹੈ ਜਾਂ ਇਹ ਕਦੀ ਇੱਕ ਹੋ ਸਕਦਾ ਹੈ? ਜੇਕਰ ਇਹ ਸਵਾਲ ਇੱਕ ਸਦੀ ਪਹਿਲਾਂ ਦੇ ਸਾਡੇ ਬਜ਼ੁਰਗਾਂ ਪਾਸੋਂ ਪੁੱਛਿਆ ਜਾਂਦਾ ਤਾਂ ਉਹਨਾਂ ਨੇ ਜ਼ਰੂਰ ਨਾ ਵਿੱਚ ਜਵਾਬ ਦੇਣਾ ਸੀ, ਕਿਉਂਕਿ ਉਹਨਾਂ ਦੀ ਨਿਗਾਹ ਵਿੱਚ ਅਜਿਹੇ ਭਾਰਤ ਦੀ ਹੋਂਦ ਦਾ ਨਾ ਕੋਈ ਅਰਥ ਸੀ ਅਤੇ ਨਾ ਹੀ ਆਧਾਰ। ਜਦੋਂ ਅੰਗਰੇਜ਼ੀ ਰਾਜ ਵਿਰੁੱਧ ਸੰਘਰਸ਼ ਸ਼ੁਰੂ ਹੋਇਆ ਤਾਂ ਪਹਿਲੀ ਵਾਰੀ ਭਾਰਤੀ ਲੋਕਾਂ ਵਿੱਚ ਰਾਸ਼ਟਰੀਅਤਾ ਦੀ ਭਾਵਨਾ ਭਰਨ ਦਾ ਯਤਨ ਕੀਤਾ ਗਿਆ, ਪਰ ਫਿਰ ਵੀ ਰਾਸ਼ਟਰਵਾਦ ਦੇ ਸੰਕਲਪ ਨੂੰ ਬੜੇ ਸੋਹਣੇ ਅਰਥਾਂ ਵਿੱਚ ਲਿਆ ਗਿਆ। ਇਹਨਾਂ ਦੀ ਨੀਂਹ ਲੋਕਾਂ ਦੇ ਧਰਮ, ਸੱਭਿਆਚਾਰ ਅਤੇ ਇਤਿਹਾਸਕ ਰਵਾਇਤਾਂ ਦੇ ਚਬੂਤਰੇ ਤੇ ਰੱਖੀ ਗਈ, ਪਰ ਇਸ ਨੂੰ ਹਿੰਦੂ ਰੰਗਨ ਦਿੱਤੀ ਗਈ। ਬੰਗਾਲ ਵਿੱਚ ਨਾਭਾ ਗੋਪਾਲ ਨੇ ਇੱਕ ਸੰਸਥਾ ਸ਼ੁਰੂ ਕਰ ਦਿੱਤੀ ਜਿਸ ਦਾ ਨਾਮ ਨੈਸ਼ਨਲ ਸੁਸਾਇਟੀ ਸੀ ਅਤੇ ਇੱਕ ਅਖਬਾਰ ਆਰੰਭ ਕੀਤਾ ਜਿਸ ਦਾ ਨਾਮ ਨੈਸ਼ਨਲ ਪੇਪਰ ਰੱਖਿਆ। ਇਸ ਨੈਸ਼ਨਲ ਸੁਸਾਇਟੀ ਦਾ ਸਪਸ਼ਟ ਮੰਤਵ ਹਿੰਦੂ ਜਾਤੀ ਵਿੱਚ ਏਕਤਾ ਅਤੇ ਰਾਸ਼ਟਰੀ ਭਾਵਨਾ ਨੂੰ ਵਧਾਉਣਾ ਸੀ। ਜਦੋਂ ਨੈਸ਼ਨਲ ਸ਼ਬਦ ਦੀ ਵਰਤੋਂ ਦਾ ਵਿਰੋਧ ਕੀਤਾ ਗਿਆ ਤਾਂ ਨਾਭਾ ਗੋਪਾਲ ਨੇ ਆਪਣੀ ਅਖਬਾਰ ਵਿੱਚ ਨਿਧੜਕਤਾ ਨਾਲ ਦਲੀਲਾਂ ਦਿੰਦਿਆਂ ਆਖਿਆ ਕਿ ਹਿੰਦੂਆਂ ਦਾ ਅਵਸ਼ ਆਪਣਾ ਰਾਸ਼ਟਰ ਹੈ। ਉਸਨੇ ਹੇਠ ਲਿਖੀਆਂ ਦਲੀਲਾਂ ਨਾਲ ਆਪਣੀ ਲਿਖਤ ਦੀ ਹਮਾਇਤ ਕੀਤੀ। ਰਾਸ਼ਟਰਵਾਦ ਏਕਤਾ ਤੇ ਆਧਾਰਿਤ ਹੈ ਜੋ ਵੱਖ-ਵੱਖ ਢੰਗਾਂ ਰਾਹੀਂ ਲੋਕਾਂ ਵਿੱਚ ਲਿਆਂਦੀ, ਸੰਭਾਲੀ ਅਤੇ ਵਧਾਈ ਜਾਂਦੀ ਹੈ। ਜਿਵੇਂ ਯੂਨਾਨੀਆਂ, ਰੋਮਨਾਂ ਅਤੇ ਅੰਗਰੇਜ਼ਾਂ ਵਿੱਚ ਆਜ਼ਾਦੀ ਲਈ ਪਿਆਰ ਹੈ ਅਤੇ ਯਹੂਦੀਆਂ ਵਿੱਚ ਮੂਸਾ ਸੰਹਿਤਾ, ਭਾਰਤ ਵਿੱਚ ਰਾਸ਼ਟਰੀ ਏਕਤਾ ਦਾ ਆਧਾਰ ਹਿੰਦੂ ਧਰਮ ਹੈ। ਹਿੰਦੂ ਰਾਸ਼ਟਰੀਅਤਾ ਬਿਨਾਂ ਕਿਸੇ ਸਥਾਨ ਜਾਂ ਭਾਸ਼ਾ ਭੇਦ ਦੇ ਭਾਰਤ ਦੇ ਸਮਸਤ ਹਿੰਦੂਆਂ ਨੂੰ ਆਪਣੀ ਗਲ ਵਕੜੀ ਵਿੱਚ ਲੈਂਦੀ ਹੈ। ਹਿੰਦੂ ਜਾਤੀ ਦਾ ਨਿਸ਼ਾਨਾ ਹੀ ਧਾਰਮਿਕ ਰਾਸ਼ਟਰ ਬਣਨਾ ਹੈ।
ਭਾਰਤ ਵਿੱਚ ਅੰਗਰੇਜ਼ਾਂ ਵਿਰੁੱਧ ਲਹਿਰ ਸੰਗਠਨ ਕਰਨ ਸਮੇਂ ਕਾਂਗਰਸੀ ਨੇਤਾਵਾਂ ਨੇ ਲੋਕਾਂ ਦੇ ਧਾਰਮਿਕ ਭਾਵਾਂ ਨੂੰ ਉਭਾਰਨ ਲਈ ਜ਼ਿਆਦਾ ਜ਼ੋਰ ਦਿੱਤਾ, ਬਜਾਏ ਕਿ ਉਹਨਾਂ ਅੰਦਰ ਰਾਸ਼ਟਰੀ ਭਾਵਨਾ ਪੈਦਾ ਕਰਦੇ। ਬਾਬੂ ਗੰਗਾਧਰ ਤਿਲਕ ਵਰਗੇ ਨੇਤਾਵਾਂ ਨੇ ਗਣੇਸ਼ ਉਤਸਵ ਅਤੇ ਸ਼ਿਵਜੀ ਉਤਸਵ ਦਾ ਪ੍ਰਬੰਧ ਕੀਤਾ ਅਤੇ ਹਿੰਦੂਆਂ ਵਿੱਚ ਧਾਰਮਿਕ ਉਤਸ਼ਾਹ ਭਰਨ ਲਈ ਯਤਨ ਕੀਤਾ। ਸਿੱਟਾ ਇਹ ਹੋਇਆ ਕਿ ਧਾਰਮਿਕ ਗੌਰਵ ਰਾਸ਼ਟਰ ਗੌਰਵ ਨਾਲੋਂ ਅਗਾਂਹ ਵੱਧ ਗਿਆ ਅਤੇ ਕਾਂਗਰਸ ਨੇਤਾ ਹਿੰਦੂ ਪੁਨਰ ਜਾਗਰਤੀ ਦੇ ਚਾਲਕ ਨਾਇਕ ਸਿੱਧ ਹੋਏ। ਜਦੋਂ ਰਾਸ਼ਟਰੀ ਨਾ ਮਿਲਵਰਤਨ ਲਹਿਰ ਆਪਣੇ ਪੂਰੇ ਜੋਬਨ ਤੇ ਸੀ ਅਤੇ ਗਾਂਧੀ ਜੀ ਇਸ ਸਾਂਝੀ ਰਾਸ਼ਟਰੀ ਲਹਿਰ ਦੇ ਨੇਮ ਸਨ ਅਤੇ ਉਹਨਾਂ ਨੂੰ ਇਸ ਲਹਿਰ ਦੇ ਨੇਤਾ ਹੋਣ ਕਾਰਨ ਹਰ ਸ਼ਬਦ ਉਚਾਰਨ ਦੀ ਜ਼ਿੰਮੇਵਾਰੀ ਮਿਲੀ ਹੋਈ ਸੀ, ਉਸ ਸਮੇਂ ਉਹ ਆਪਣੇ ਆਪ ਨੂੰ ਖੁੱਲ੍ਹਮ ਖੁੱਲ੍ਹੇ ਰੂਪ ਵਿੱਚ ਲੋਕਾਂ ਸਾਹਮਣੇ ਸਨਾਤਨੀ ਹਿੰਦੂ ਆਖ ਰਹੇ ਸਨ। ਉਹਨਾਂ ਨੇ ਲਿਖਿਆ, ਮੈਂ ਆਪਣੇ ਆਪ ਨੂੰ ਸਨਾਤਨੀ ਹਿੰਦੂ ਆਖਦਾ ਹਾਂ ਕਿਉਂਕਿ ਪਹਿਲਾ, ਮੈਂ ਵੇਦਾਂ, ਉਪਨਿਸ਼ਦਾਂ, ਪੁਰਾਣਾਂ ਅਤੇ ਉਹਨਾਂ ਸਭ ਚੀਜ਼ਾਂ ਵਿੱਚ ਵਿਸ਼ਵਾਸ ਰੱਖਦਾ ਹਾਂ ਜੋ ਹਿੰਦੂ ਗ੍ਰੰਥਾਂ ਵਿੱਚ ਹਨ ਅਤੇ ਇਸ ਕਰਕੇ ਅਵਤਾਰਾਂ ਅਤੇ ਪੁਨਰ ਜਨਮ ਵਿੱਚ ਵੀ ਮੇਰਾ ਵਿਸ਼ਵਾਸ ਹੈ। ਦੂਜਾ, ਮੈਂ ਵਰਣ ਆਸ਼ਰਮ ਧਰਮ ਵਿੱਚ ਵਿਸ਼ਵਾਸ ਰੱਖਦਾ ਹਾਂ ਕਿਉਂਕਿ ਇਹ ਮੇਰੇ ਵਿਚਾਰ ਵਿੱਚ ਪੂਰਨ ਵੇਦ ਅਨੁਸਾਰ ਹੈ। ਤੀਜਾ, ਮੈਂ ਲੋਕਾਂ ਨਾਲੋਂ ਜ਼ਿਆਦਾ ਵਿਸ਼ਾਲ ਰੂਪ ਵਿੱਚ ਗਾਂ ਦੀ ਰੱਖਿਆ ਕਰਨ ਵਿੱਚ ਵਿਸ਼ਵਾਸ ਰੱਖਦਾ ਹਾਂ। ਚੌਥਾ, ਮੈਂ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦਾ ਹਾਂ। ਗਾਂਧੀ ਜੀ ਨੂੰ ਇਹ ਪੁੱਛਿਆ ਗਿਆ ਕਿ ਆਪ ਅਹਿੰਸਾ, ਚਰਖਾ, ਤਿਰੰਗਾ, ਸੰਸਕ੍ਰਿਤ, ਬੰਦੇ ਮਾਤਰਮ, ਵਰਤ, ਗਊ ਰੱਖਿਆ ਤੇ ਹਿੰਦੂ ਪ੍ਰਾਰਥਨਾ ਜੋ ਹਿੰਦੂ ਧਰਮ ਦੀ ਪੁਨਰ ਜਾਗਰਤੀ ਦੇ ਚਿੰਨ੍ਹ ਹਨ ਦਾ ਪ੍ਰਚਾਰ ਕਿਉਂ ਕਰ ਰਹੇ ਹੋ, ਬਜਾਏ ਕਿ ਆਪਣੀ ਪਾਰਟੀ ਦੇ ਆਰਥਿਕ ਰਾਜਸੀ ਨੀਤੀਆਂ ਦਾ ਪ੍ਰਚਾਰ ਕਰੋ। ਤਾਂ ਉਹਨਾਂ ਨੇ ਐਲਾਨ ਕੀਤਾ ਕਿ ਮੇਰੀ ਨਿੱਜੀ ਅਤੇ ਬਿਲਕੁਲ ਆਪਣੀ ਪਹੁੰਚ ਹੈ, ਨਾ ਕਿ ਮੈਂ ਕਾਂਗਰਸ ਦਾ ਅਧਿਕਾਰੀ ਜਾਂ ਨੇਤਾ ਹਾਂ, ਇੱਥੇ ਤਾਈਂ ਕਿ ਮੈਂ 4 ਆਨੇ ਵਾਲਾ ਮੈਂਬਰ ਹਾਂ। ਪਰ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਸਵਰਾਜ ਦੇ ਚੋਲੇ ਹੇਠ ਗਾਂਧੀ ਜੀ ਹਿੰਦੂ ਰਾਜ ਸਥਾਪਿਤ ਕਰਨ ਲਈ ਉਤਸ਼ਾਹ ਦੇ ਰਹੇ ਹਨ। ਗਾਂਧੀ ਜੀ ਦੀ ਹਰੀਜਨ ਸੇਵਾ ਦਾ ਮੰਤਵ ਵੀ ਇਸ ਗੱਲ ਦਾ ਕਾਰਨ ਪ੍ਰੇਰਿਤ ਸੀ ਕਿ ਅਛੂਤਾ ਨੂੰ ਵੀ ਹਿੰਦੂਆਂ ਦੇ ਕਬਜ਼ੇ ਵਿੱਚ ਰੱਖਿਆ ਜਾਵੇ। ਉਹਨਾਂ ਨੇ ਡਾਕਟਰ ਅੰਬੇਦਕਰ ਨੂੰ ਦੱਸਿਆ, ਮੈਂ ਰਾਜਨੀਤਿਕ ਤੌਰ ਤੇ ਅਛੂਤਾ ਨੂੰ ਹਿੰਦੂਆਂ ਤੋਂ ਵੱਖ ਕਰਨ ਦੇ ਵਿਰੁੱਧ ਹਾਂ। ਇਹ ਪੂਰਨ ਰੂਪ ਵਿੱਚ ਆਤਮਕ ਹੱਤਿਅਕ ਕਰਮ ਹੋਵੇਗਾ। ਕਾਂਗਰਸ ਦੇ ਪ੍ਰਾਪੇਗੰਡੇ ਤੇ ਹਿੰਦੂ ਰੰਗ ਚੜਿਆ ਵੇਖ ਕੇ ਮੁਸਲਮਾਨ ਸ਼ੱਕ ਕਰਨ ਲੱਗ ਪਏ। ਉਹਨਾਂ ਨੇ ਮਹਿਸੂਸ ਕੀਤਾ ਕਿ ਗਾਂਧੀ ਜੀ ਰਾਸ਼ਟਰੀ ਜਾਗਰਤੀ ਨੂੰ ਹਿੰਦੂ ਧਰਮ ਦੀ ਪੁਨਰ ਜਾਗਰਤੀ ਨਾਲ ਮਿਲਾਉਣ ਦਾ ਯਤਨ ਕਰ ਰਹੇ ਹਨ। ਗਾਂਧੀ ਜੀ ਦੇ ਵਰਤਾਰੇ ਨੇ ਉਹਨਾਂ ਦੇ ਸ਼ੱਕ ਨੂੰ ਹੋਰ ਪੱਕਿਆ ਕਰ ਦਿੱਤਾ। ਇੱਥੋਂ ਤਾਈਂ ਕਿ ਜਦੋਂ ਆਪ ਹਿੰਦੂ ਮੁਸਲਮਾਨ ਏਕਤਾ ਲਈ ਪ੍ਰਾਰਥਨਾ ਕਰ ਰਹੇ ਸਨ ਤਾਂ ਉਹ ਇੱਕ ਰਾਸ਼ਟਰੀ ਨੇਤਾ ਵਾਂਗ ਦੋਹਾਂ ਧਿਰਾਂ ਲਈ ਪ੍ਰਾਰਥਨਾ ਨਹੀਂ ਸਨ ਕਰਦੇ, ਸਗੋਂ ਸਿਰਫ ਹਿੰਦੂ ਨੇਤਾ ਵਾਂਗ ਹੀ ਕਰ ਰਹੇ ਸਨ। ਉਹਨਾਂ ਲਈ ਅਸੀਂ ਹਿੰਦੂ ਸਨ ਤੇ ਉਹ ਮੁਸਲਮਾਨ। ਸਵੈ ਪਵਿੱਤਰਤਾ ਲਈ ਸਾਨੂੰ ਤਪੱਸਿਆ ਕਰਨੀ ਪਵੇਗੀ ਜੇਕਰ ਅਸੀਂ ਮੁਸਲਮਾਨਾਂ ਦਾ ਦਿਲ ਜਿੱਤਣਾ ਚਾਹੁੰਦੇ ਹਾਂ। ਜਿਸ ਦਾ ਸਿੱਟਾ ਇਹ ਹੋਇਆ ਕਿ ਮੁਸਲਮਾਨਾਂ ਦੀ ਬਹੁਗਿਣਤੀ ਕਾਂਗਰਸ ਤੋਂ ਅਲੱਗ ਹੋ ਗਈ। ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਗਾਂਧੀ ਜੀ ਨੇ ਉਹਨਾਂ ਨਾਲ ਸੰਧੀ ਕੀਤੀ, ਜਿਸ ਨੂੰ ਲਖਨਊ ਦੀ ਸੰਧੀ ਆਖਦੇ ਹਨ। ਇਸ ਨਾਲ ਮੁਸਲਮਾਨਾਂ ਅਤੇ ਹਰੀਜਨਾਂ ਨੂੰ ਕਈ ਰਿਆਇਤਾਂ ਮਿਲ ਗਈਆਂ, ਜਦੋਂ ਕਿ ਸਿੱਖਾਂ ਨੂੰ ਬਿਲਕੁਲ ਛੱਡ ਦਿੱਤਾ ਗਿਆ। ਸਿੱਖਾਂ ਵਿੱਚ ਇਹ ਸੋਚ ਕੇ ਕਿ ਗਾਂਧੀ ਜੀ ਨੇ ਉਹਨਾਂ ਨਾਲ ਧੋਖਾ ਕੀਤਾ ਹੈ, ਗੁੱਸੇ ਦੀ ਲਹਿਰ ਜਨਮੀ। ਗਾਂਧੀ ਜੀ ਨੇ ਸਿੱਖਾਂ ਨੂੰ ਚੋਪੜੀਆਂ ਦਲੀਲਾਂ ਦੇ ਕੇ ਉਤਸ਼ਾਹਿਤ ਕਰਨਾ ਚਾਹਿਆ ਕਿ ਇਹ ਮੰਨ ਲਓ ਕਿ ਉਹ ਹਿੰਦੂ ਧਰਮ ਦੀ ਸੁਧਾਰ ਲਹਿਰ ਦਾ ਇੱਕ ਹਿੱਸਾ ਜਾਂ ਫਿਰਕਾ ਹਨ, ਪਰ ਸਿੱਖਾਂ ਨੇ ਇਹ ਮੰਨਣੋਂ ਇਨਕਾਰ ਕਰ ਦਿੱਤਾ। ਉਹਨਾਂ ਨੇ 1 ਅਕਤੂਬਰ 1925 ਨੂੰ ਯੰਗ ਇੰਡੀਆ ਵਿੱਚ ਲਿਖਿਆ, ਮੈਂ ਇਹ ਨਹੀਂ ਮੰਨਦਾ ਕਿ ਸਿੱਖ ਧਰਮ ਹਿੰਦੂ ਧਰਮ ਤੋਂ ਵੱਖਰਾ ਹੈ। ਮੈਂ ਇਹ ਮੰਨਦਾ ਹਾਂ ਕਿ ਇਹ ਹਿੰਦੂ ਧਰਮ ਦਾ ਹਿੱਸਾ ਹੈ ਅਤੇ ਇਹ ਸੁਧਾਰ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਾ ਵੈਸ਼ਨਵ ਮਤ। ਜਰਵਾਦਾ ਦੀ ਜਹਿਲ ਵਿੱਚ ਮੈਂ ਸਿੱਖਾਂ ਨਾਲ ਸੰਬੰਧਿਤ ਸਾਰੀਆਂ ਲਿਖਤਾਂ ਪੜ੍ਹੀਆਂ ਜੋ ਮੇਰੇ ਹੱਥ ਲੱਗੀਆਂ। ਮੈਂ ਗ੍ਰੰਥ ਸਾਹਿਬ ਦੇ ਕੁਝ ਹਿੱਸੇ ਵੀ ਪੜ੍ਹੇ। ਇਸ ਦਾ ਡੂੰਘਾ ਅਧਿਆਤਮਕ ਤੇ ਸਦਾਚਾਰਕ ਨਾਦ ਉੱਪਰ ਉਠਾਉਣ ਵਾਲਾ ਜਾਪਿਆ। ਸਾਡੇ ਆਸ਼ਰਮ ਵਿੱਚ ਜੋ ਭਜਨਾਂ ਦੀਆਂ ਸੰਚੀਆਂ ਹਨ, ਉਹਨਾਂ ਵਿੱਚੋਂ ਕੁਝ ਸ਼ਬਦ ਗੁਰੂ ਨਾਨਕ ਦੇ ਵੀ ਹਨ। ਪਰ ਜੇਕਰ ਸਿੱਖ ਇਹ ਮੰਨਦੇ ਹਨ ਕਿ ਸਿੱਖ ਧਰਮ ਹਿੰਦੂ ਧਰਮ ਨਾਲੋਂ ਵੱਖਰਾ ਹੈ ਤਾਂ ਮੈਂ ਉਹਨਾਂ ਨਾਲ ਝਗੜਾ ਨਹੀਂ ਕਰਦਾ। ਅਤੇ ਜਦੋਂ ਮੈਂ ਪਹਿਲੀ ਵਾਰ ਪੰਜਾਬ ਦੀ ਯਾਤਰਾ ਕੀਤੀ ਤਾਂ ਕੁਝ ਸਿੱਖ ਮਿੱਤਰਾਂ ਨੇ ਦੱਸਿਆ ਕਿ ਉਹ ਮੇਰੇ ਨਾਲ ਇਸ ਗੱਲ ਤੇ ਨਾਰਾਜ਼ ਹਨ ਕਿ ਮੈਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਮੰਨਦਾ ਹਾਂ। ਮੈਂ ਇਸ ਕਰਕੇ ਹਵਾਲੇ ਦੇਣੇ ਬੰਦ ਕਰ ਦਿੱਤੇ।
ਗਾਂਧੀ ਜੀ ਦੇ ਲਾਏ ਜਾਲ ਵਿੱਚ ਫਸਣੋਂ ਸਿੱਖਾਂ ਨੇ ਇਨਕਾਰ ਕਰ ਦਿੱਤਾ ਅਤੇ ਆਪਣੇ ਹੱਕਾਂ ਦੇ ਬਚਾਓ ਲਈ ਆਪ ਸੰਗਠਿਤ ਹੋਣ ਲੱਗ ਪਏ। ਇਹ ਮਹਿਸੂਸ ਕਰਦਿਆਂ ਕਿ ਮੈਂ ਸਿੱਖਾਂ ਦੀ ਹਮਦਰਦੀ ਅਤੇ ਹਮਾਇਤ ਖੋਹ ਲਈ ਹੈ, ਗਾਂਧੀ ਜੀ ਅਲੀ ਬਰਦਰਜ ਨਾਲ ਅੰਮ੍ਰਿਤਸਰ ਵਿਖੇ ਸਿੱਖ ਲੀਗ ਵਿੱਚ ਹਾਜ਼ਰ ਹੋਏ ਅਤੇ ਸਿੱਖਾਂ ਨੂੰ ਨਾ ਮਿਲਵਰਤਨ ਲਹਿਰ ਦੇ ਸਹਿਯੋਗ ਲਈ ਬੇਨਤੀ ਕੀਤੀ ਅਤੇ ਕਸਮ ਖਾਧੀ ਕਿ ਅਸੀਂ ਲਖਨਊ ਦੀ ਸੰਧੀ ਦੀ ਨੀਤੀ ਦੁਬਾਰਾ ਨਹੀਂ ਦੁਹਰਾਵਾਂਗੇ। ਸਿੱਖ ਜੋ ਅਤੀ ਸਧਾਰਨ ਲੋਕ ਹਨ, ਗਾਂਧੀ ਦੀ ਕੂਟਨੀਤੀ ਨੂੰ ਨਾ ਸਮਝ ਸਕੇ ਅਤੇ ਗਾਂਧੀ ਦੀ ਇਸ ਲਹਿਰ ਵਿੱਚ ਸ਼ਾਮਲ ਹੋ ਕੇ ਉਹਨਾਂ ਮਹਾਨ ਕੁਰਬਾਨੀਆਂ ਕੀਤੀਆਂ। ਨਹਿਰੂ ਰਿਪੋਰਟਰ ਰਾਹੀਂ ਉਹਨਾਂ ਨੂੰ ਇਨਾਮ ਮਿਲਿਆ। ਇਸ ਅਨੁਸਾਰ ਸਾਰੀਆਂ ਘੱਟ ਗਿਣਤੀਆਂ ਵਾਲੀਆਂ ਸੰਸਥਾਵਾਂ ਨੂੰ ਮਹੱਤਤਾ ਦਿੱਤੀ ਗਈ, ਸਿਵਾਏ ਸਿੱਖਾਂ ਦੇ, ਜਿਸ ਨੂੰ ਮੁਸਲਮਾਨਾਂ ਅੱਗੇ ਬੱਕਰੀ ਵਾਂਗ ਪੇਸ਼ ਕੀਤਾ, ਜਿਸ ਨੂੰ ਉਹ ਪੂਜਾ ਸਥਾਨ ਤੇ ਬਲੀ ਚਾੜਨ। ਇਸ ਤਰ੍ਹਾਂ ਆਜ਼ਾਦੀ ਦੀ ਲੜਾਈ ਵਿੱਚ ਬਹਾਦਰੀ ਕਾਰਨ ਇਹਨਾਂ ਨੂੰ ਗਾਂਧੀ ਕ੍ਰਾਸ ਵੰਡੇ ਗਏ। ਸਿੱਖਾਂ ਦੇ ਜੋ ਗਾਂਧੀ ਦੇ ਅਹਿੰਸਾ ਦੇ ਸੰਕਲਪ ਨੂੰ ਨਹੀਂ ਸਨ ਮੰਨਦੇ, ਕਿਵੇਂ ਗਾਂਧੀ ਸਰਕਾਰ ਵੱਲੋਂ ਲੜਾਈ ਦੇ ਸਿਹਰੇ ਬੰਨੇ ਗਏ। ਸਿੱਖਾਂ ਨੇ ਇਸ ਬ੍ਰਾਹਮਣੀ ਵੰਡ ਵਿਰੁੱਧ ਆਵਾਜ਼ ਉਠਾਈ। ਜਦੋਂ ਕਲਕੱਤੇ ਵਿਖੇ ਸਰਬ ਪਾਰਟੀ ਸਭਾ ਕੀਤੀ ਗਈ ਤਾਂ ਸਿੱਖ ਨੇਤਾਵਾਂ ਨੇ ਗਾਂਧੀ ਨੂੰ ਆਪਣੇ ਗਿਲੇ ਅਤੇ ਦੁੱਖਾਂ ਬਾਰੇ ਆਖਿਆ, ਜਿਸ ਦੇ ਉੱਤਰ ਵਿੱਚ ਉਹਨਾਂ ਨੇ ਕੀਤੀਆਂ ਗਲਤੀਆਂ ਦੇ ਇਲਾਜ ਦੀ ਮਜਬੂਰੀ ਨੂੰ ਪ੍ਰਗਟਾਇਆ। ਗਾਂਧੀ ਮੁਸਲਮਾਨਾਂ ਅਤੇ ਹਰੀਜਨਾਂ ਲਈ ਲੜ ਸਕਦੇ ਹਨ, ਪਰ ਸਿੱਖਾਂ ਲਈ ਉਹ ਇੱਕ ਸ਼ਬਦ ਵੀ ਨਹੀਂ ਉਚਾਰ ਸਕਦੇ। ਉਹ ਸਿਰਫ ਚੁੱਪ ਹੀ ਰਹਿ ਸਕਦੇ ਹਨ। ਉਹਨਾਂ ਨੂੰ ਇਹ ਪਤਾ ਸੀ ਕਿ ਮੈਂ ਇਹਨਾਂ ਸਧਾਰਨ ਲੋਕਾਂ ਨੂੰ ਵੱਡੀਆਂ ਸਹੂਆਂ ਚੁੱਕ ਕੇ, ਜਿਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਨਹੀਂ, ਜਿੱਤ ਸਕਦਾ ਹਾਂ। ਪਰ ਸਿੱਖਾਂ ਅੰਦਰ ਇਹ ਵਿਚਾਰ ਵਧੀ ਜਾ ਰਹੀ ਸੀ ਕਿ ਗਾਂਧੀ ਜੀ ਸਿੱਖਾਂ ਦੀਆਂ ਲੋੜਾਂ ਵੱਲੋਂ ਉਦਾਸੀਨ ਹਨ ਅਤੇ ਸਿੱਖਾਂ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਕਰਕੇ 1929 ਵਿੱਚ ਜਦੋਂ ਰਾਵੀ ਦੇ ਕੰਢੇ ਤੇ ਸਰਬ ਭਾਰਤੀ ਕਾਂਗਰਸ ਦਾ ਇਜਲਾਸ ਹੋਇਆ, 5 ਲੱਖ ਦੇ ਕਰੀਬ ਸਿੱਖ ਬਾਬਾ ਖੜਕ ਸਿੰਘ ਦੇ ਨੇਤਰਤਵ ਦੇ ਹੇਠ ਇਕੱਠੇ ਹੋਏ ਤੇ ਜਲੂਸ ਕੱਢਿਆ, ਜਿਸ ਦਾ ਭਾਵ ਗਾਂਧੀ ਜੀ ਨੂੰ ਇਹ ਦੱਸਣਾ ਸੀ ਕਿ ਕਾਂਗਰਸ ਦੀ ਸਿੱਖ ਵਿਰੋਧੀ ਨੀਤੀ ਕਾਰਨ ਸਿੱਖਾਂ ਦੀ ਭਰਮ ਨਿਵਰਤੀ ਹੋ ਗਈ ਹੈ। ਗਾਂਧੀ ਪੰਡਤ ਮੋਤੀ ਲਾਲ ਨਹਿਰੂ ਸਮੇਤ ਬਾਬਾ ਖੜਕ ਸਿੰਘ ਨੂੰ ਮਿਲਣ ਲਈ ਗਏ ਅਤੇ ਸਿੱਖਾਂ ਨੂੰ ਸਹੁੰ ਚੁੱਕ ਕੇ ਯਕੀਨ ਦਿਵਾਇਆ ਕਿ ਭਾਰਤ ਦੀ ਰਾਜਨੀਤਿਕ ਸੁਤੰਤਰਤਾ ਉਪਰੰਤ ਕੋਈ ਵਿਧਾਨ ਬਹੁਗਿਣਤੀ ਵਾਲੇ ਲੋਕਾਂ ਦੀ ਮਰਜ਼ੀ ਨਾਲ ਨਹੀਂ ਬਣਾਇਆ ਜਾਵੇਗਾ, ਜਿੰਨਾ ਚਿਰ ਉਹ ਸਿੱਖਾਂ ਨੂੰ ਪ੍ਰਵਾਨ ਨਾ ਹੋਵੇ। ਅਤੇ ਫਿਰ ਇਕਰਾਰ ਕੀਤਾ ਕਿ ਨਹਿਰੂ ਰਿਪੋਰਟ ਨੂੰ ਰਾਵੀ ਦੀ ਰੇਤ ਵਿੱਚ ਦੱਬ ਦਿੱਤਾ ਜਾਵੇਗਾ। ਪਰ ਜਲਦੀ ਹੀ ਇਹ ਭਰੋਸਾ ਦਿਵਾਊ ਸਹੂਆਂ ਭੁਲਾ ਦਿੱਤੀਆਂ ਗਈਆਂ। ਜਦੋਂ ਸਿੱਖਾਂ ਨੇ ਅੰਗਰੇਜ਼ ਸਰਕਾਰ ਦੇ ਸੰਪਰਦਾਇਕ ਇਨਾਮ ਦੇ ਐਲਾਨ ਨੂੰ ਸਵੀਕਾਰ ਕਰਨੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਉਹਨਾਂ ਦੇ ਰਾਹ ਵਿੱਚ ਰੋਕ ਪਾਉਂਦਾ ਸੀ, ਤਾਂ ਗਾਂਧੀ ਜੀ ਨੇ ਕੋਈ ਰੋਸ ਪ੍ਰਗਟ ਨਾ ਕੀਤਾ ਤੇ ਚੁੱਪ ਰਹੇ। ਗਾਂਧੀ ਦੇ ਵਰਤਾਅ ਕਾਰਨ ਸਿੱਖਾਂ ਵਿੱਚ ਉਹਨਾਂ ਦਾ ਵਿਸ਼ਵਾਸ ਨਾ ਰਿਹਾ ਅਤੇ ਸਮੇਂ-ਸਮੇਂ ਉਹ ਆਪਣੇ ਸ਼ੰਕੇ ਪ੍ਰਗਟ ਕਰਦੇ ਰਹੇ। ਸਿੱਖ ਸੰਗਤਾਂ ਸਾਹਮਣੇ ਗੁਰਦੁਆਰਾ ਸੀਸਗੰਜ ਦਿੱਲੀ ਵਿਖੇ ਬੋਲਦਿਆਂ ਗਾਂਧੀ ਨੇ ਆਖਿਆ, ਮੈਂ ਸੁਝਾਅ ਦੇਣ ਲਈ ਸੋਚਦਾ ਹਾਂ ਕਿ ਕਾਂਗਰਸ ਦਾ ਅਹਿੰਸਾ ਧਰਮ ਹੀ ਚੰਗੇ ਧਰਮਾਂ ਦੀ ਇੱਕ ਯਕੀਨੀ ਸ਼ਰਤ ਹੈ ਅਤੇ ਸਾਡੇ ਸਿੱਖ ਮਿੱਤਰਾਂ ਨੂੰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨੂੰ ਇਹ ਧੋਖਾ ਦੇਵੇਗਾ। ਇੱਕ ਪਲ ਲਈ ਅਗਰ ਅਜਿਹਾ ਹੋ ਗਿਆ ਤਾਂ ਨਾ ਸਿਰਫ ਕਾਂਗਰਸ ਦੀ ਮੌਤ ਹੋਵੇਗੀ, ਸਗੋਂ ਦੇਸ਼ ਦਾ ਅੰਤ ਵੀ ਹੋ ਜਾਵੇਗਾ। ਇਸ ਤੋਂ ਇਲਾਵਾ ਸਿੱਖ ਬਹਾਦਰ ਲੋਕ ਹਨ। ਉਹ ਜਾਣਦੇ ਹਨ ਜੇਕਰ ਕਦੇ ਇੰਜ ਹੋ ਗਿਆ ਤਾਂ ਆਪਣੇ ਅਧਿਕਾਰਾਂ ਦੀ ਹਥਿਆਰਾਂ ਨਾਲ ਕਿਵੇਂ ਵਰਤੋਂ ਕਰਨੀ ਹੈ। ਸਰਦਾਰ ਮਧੂਸੂਦਨ ਸਿੰਘ ਨੇ ਆਪਣੇ ਭਾਸ਼ਣ ਵਿੱਚ ਇਹ ਮੰਗ ਕੀਤੀ ਕਿ ਕਾਂਗਰਸ ਕੋਈ ਵੀ ਅਜਿਹਾ ਕੰਮ ਨਹੀਂ ਕਰੇਗੀ ਜਿਸ ਨਾਲ ਸਿੱਖਾਂ ਦੀ ਹਮਦਰਦੀ ਉਹਨਾਂ ਲਈ ਖਤਮ ਹੋ ਜਾਵੇ। ਕਾਂਗਰਸ ਨੇ ਲਾਹੌਰ ਦੇ ਇਜਲਾਸ ਵਿੱਚ ਫੈਸਲਾ ਕੀਤਾ ਕਿ ਕੋਈ ਵੀ ਸਮਝੌਤਾ ਅਜਿਹਾ ਨਹੀਂ ਕੀਤਾ ਜਾਵੇਗਾ ਜਿਹੜਾ ਘੱਟ ਗਿਣਤੀ ਵਾਲੇ ਲੋਕਾਂ ਨੂੰ ਸੰਤੁਸ਼ਟ ਨਾ ਕਰੇ। ਮੈਨੂੰ ਸੱਚਮੁੱਚ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਸੁੱਖ ਦੇਣ ਲਈ ਕਾਂਗਰਸ ਹੋਰ ਕੀ ਯਕੀਨ ਦਿਵਾ ਸਕਦੀ ਹੈ। ਮੈਂ ਆਪ ਨੂੰ ਇਹ ਬਚਨ ਅਤੇ ਕਾਂਗਰਸ ਦਾ ਮਤਾ ਮੰਨਣ ਲਈ ਆਖਦਾ ਹਾਂ ਕਿ ਇਹ ਕਿਸੇ ਇਕੱਲੇ ਵਿਅਕਤੀ ਨੂੰ ਧੋਖਾ ਨਹੀਂ ਦੇਵੇਗੀ। ਸਮਾਜ ਜਾਂ ਜਾਤੀ ਤਾਂ ਦੂਰ ਰਹੀ, ਜੇ ਕਦੇ ਇਹ ਅਜਿਹਾ ਕਰਨ ਲਈ ਸੋਚੇਗੀ ਤਾਂ ਤੇਜ਼ੀ ਨਾਲ ਆਪਣੇ ਅੰਤ ਵੱਲ ਜਾਵੇਗੀ। ਕੋਈ ਵੀ ਰਾਸ਼ਟਰ ਜੋ ਆਜ਼ਾਦੀ ਦੀ ਵੇਦੀ ਤੇ ਬਲੀ ਦੇਣ ਨੂੰ ਤਿਆਰ ਹੈ, ਕਦੇ ਵਿਸ਼ਵਾਸਘਾਤੀ ਬਣਨ ਦਾ ਜੁਰਮ ਨਹੀਂ ਕਰ ਸਕਦਾ। ਮੇਰੀ ਜ਼ਿੰਦਗੀ ਖੁੱਲੀ ਕਿਤਾਬ ਰਹੀ ਹੈ। ਮੇਰਾ ਕੋਈ ਭੇਦ ਨਹੀਂ ਹੈ ਤੇ ਮੈਂ ਕਿਸੇ ਭੇਦ ਨੂੰ ਉਤਸ਼ਾਹਿਤ ਨਹੀਂ ਕਰਦਾ। ਇਸ ਲਈ ਆਪ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਆਪ ਆਪਣੇ ਸਾਰੇ ਸ਼ੰਕਿਆਂ ਤੇ ਗਲਤਫਹਿਮੀਆਂ ਤੋਂ ਆਪਣੇ ਆਪ ਨੂੰ ਮੁਕਤ ਕਰੋ ਅਤੇ ਮੈਂ ਆਪ ਨੂੰ ਪੂਰਨ ਅੱਛਾਈ ਨਾਲ ਮਿਲਾਂਗਾ। ਹੋਰ ਇਸ ਤੋਂ ਵੱਧ ਮੈਂ ਕੀ ਆਖਾਂ।
मैं इस तो वध होर आख भी की सकदा हां। चलो परमात्मा नूं मेरे अते कांग्रेस दे आप नाल मेल दा साखी रखो। पर की गांधी जी ने अपने बचन पाले? नहीं, ओह तां अपने ਲਈ कदे भी वफादार नहीं सन। गांधी ने लिखिया, जदों 1899 ਵਿੱਚ मेरी गीता नाल वाकफियत होई, इस तो पहला भी ਇਹ मेरी मां रही है। मैं हर मुश्किल समय इस पास आया हाँ ਅਤੇ हमेशा ਦੀ ਲੋੜ ਅਨੁਸਾਰ ਇਸ ਤੋਂ ਅਗਵਾਈ ਪ੍ਰਾਪਤ ਹੋਈ ਹੈ। ਗੀਤਾ ਆਖਰੀ ਹਰਫ ਹੈ ਜਿਸ ਦੇ ਮਨ ਵਿੱਚ ਕੁਝ ਹੋਰ ਹੈ ਤੇ ਲੋਕਾਂ ਨੂੰ ਕੁਝ ਹੋਰ ਦੱਸਦਾ ਹੈ। ਉਹ ਹੋਰ ਕਿਹੜਾ ਪਾਪ ਕਰਨ ਦੇ ਸਮਰਥ ਨਹੀਂ ਹੋ ਜਾਂਦਾ, ਕਿਉਂਕਿ ਉਹ ਚੋਰ ਹੈ ਤੇ ਆਪਣੇ ਆਪ ਦਾ ਲੁਟੇਰਾ ਹੈ। ਸੋ ਗਾਂਧੀ ਨੇ 9 ਅਗਸਤ 1942 ਦੇ ਹਰੀਜਨ ਵਿੱਚ ਲਿਖਿਆ, ਮੈਂ ਬਚਪਨ ਤੋਂ ਹੀ ਸੱਚਾਈ ਦਾ ਪੱਖੀ ਰਿਹਾ ਹਾਂ। ਇਹ ਮੇਰੇ ਲਈ ਸਭ ਤੋਂ ਵੱਧ ਸੁਭਾਵਿਕ ਚੀਜ਼ ਰਹੀ। ਇਸ ਪ੍ਰਾਰਥਨਾ ਭਰੀ ਭਾਲ ਸਦਕਾ ਹੀ ਮੈਨੂੰ ਅਨੁਭਵ ਹੋਇਆ ਕਿ ਸੱਚ ਹੀ ਪਰਮਾਤਮਾ ਹੈ, ਬਜਾਏ ਆਮ ਲੋਕਾਂ ਦੇ ਪ੍ਰਚਲਿਤ ਵਿਚਾਰ ਦੇ ਕਿ ਪਰਮਾਤਮਾ ਸੱਚ ਹੈ। ਕੀ ਵਾਕਿਆ ਹੀ ਗਾਂਧੀ ਇਹ ਮੰਨਦੇ ਸਨ? ਇਹ ਸ਼ੰਕਾ ਭਰਪੂਰ ਹੈ। ਲਾਹੌਰ ਕਾਂਗਰਸ ਵਿਖੇ 1929 ਦੇ ਅਖੀਰ ਵਿੱਚ ਪੂਰਨ ਸਵਰਾਜ ਭਾਵ ਸੰਪੂਰਨ ਆਜ਼ਾਦੀ ਦਾ ਮਤਾ ਗਾਂਧੀ ਦੇ ਨੇਤਰਤਵ ਹੇਠ ਪ੍ਰਵਾਨ ਹੋਇਆ ਅਤੇ ਇਸ ਦੀ ਪ੍ਰਾਪਤੀ ਲਈ ਸਿਵਲ ਨਾਫਰਮਾਨੀ ਲਹਿਰ ਚਲਾਉਣ ਦਾ ਫੈਸਲਾ ਹੋਇਆ। ਪਰ ਤੁਰੰਤ ਹੀ ਸੈਸ਼ਨ ਉਪਰੰਤ 9 ਜਨਵਰੀ ਦੇ ਨਿਊਯਾਰਕ ਵਰਲਡ ਰਾਹੀਂ ਆਪ ਨੇ ਆਪਣੀ ਸਟੇਟਮੈਂਟ ਛਪਵਾਈ। ਆਜ਼ਾਦੀ ਦੇ ਮਤੇ ਤੋਂ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਤੇ 30 ਜਨਵਰੀ ਦੇ ਯੰਗ ਇੰਡੀਆ ਰਾਹੀਂ ਉਹਨਾਂ ਨੇ ਕਈ ਸੁਧਾਰਾਂ ਨੂੰ ਸ਼ਾਮਲ ਕਰਨ ਵਾਲੇ 11 ਪੁਆਇੰਟਾਂ ਦੀ ਪੇਸ਼ਕਸ਼ ਕੀਤੀ। 15-4 ਸ਼ਿਲਿੰਗ ਨਾਲ ਰੁਪਏ ਦੀ ਅਨੁਪਾਤ ਦੀ ਮਨਾਹੀ, ਜ਼ਮੀਨ ਦੇ ਮਾਲੀਏ ਨੂੰ ਘਟਾਉਂਦਾ, ਮਿਲਟਰੀ ਦੇ ਖਰਚ ਨੂੰ ਘਟਾਉਂਦਾ, ਵਿਦੇਸ਼ੀ ਕੱਪੜੇ ਤੇ ਮਸੂਲ ਠੀਕ ਲਾਉਣਾ ਆਦਿ, ਜਿਸ ਦੇ ਮੰਨਣ ਤੇ ਉਹਨਾਂ ਨੇ ਸਿਵਲ ਨਾਫਰਮਾਨੀ ਲਹਿਰ ਨੂੰ ਬੰਦ ਕਰਨ ਦੀ ਪੇਸ਼ਕਸ਼ ਕੀਤੀ। ਕੀ ਇਹ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਨਹੀਂ ਸੀ ਜਿਨ੍ਹਾਂ ਨੇ ਕਾਂਗਰਸ ਦੇ ਆਖਣ ਤੇ ਉਹਨਾਂ ਦਾ ਸਾਥ ਦਿੱਤਾ? ਕੀ ਇਹ ਲਹਿਰ ਦੇ ਨਿਸ਼ਚਿਤ ਮੰਤਵ ਨਾਲ ਧੋਖਾ ਨਹੀਂ ਸੀ? ਭਾਵੇਂ ਲੋਕਾਂ ਦੇ ਜ਼ੋਰ ਕਾਰਨ ਉਹਨਾਂ ਨੂੰ ਮੰਨਣਾ ਪਿਆ, ਪਰ ਉਹ ਕਦੇ ਵੀ ਕਿਸੇ ਮੰਗ ਦੇ ਹੱਕ ਵਿੱਚ ਨਹੀਂ ਸਨ। ਅਹਿਮਦਾਬਾਦ ਵਿਖੇ 1921 ਵਿੱਚ ਜਦ ਮੌਲਾਨਾ ਹਸਰਤ ਮੋਹਨੀ ਨੇ ਪਹਿਲੀ ਵਾਰ ਸਵਰਾਜ ਦੀ ਮੰਗ ਕੀਤੀ ਤਾਂ ਗਾਂਧੀ ਨੇ ਇਹ ਕਹਿੰਦਿਆਂ ਵਿਰੋਧਤਾ ਕੀਤੀ, ਇਸ ਮੰਗ ਕਾਰਨ ਮੈਨੂੰ ਅਫਸੋਸ ਹੈ ਕਿਉਂਕਿ ਇਸ ਵਿੱਚ ਜ਼ਿੰਮੇਵਾਰੀ ਦੀ ਘਾਟ ਹੈ। ਇਸ ਤਰ੍ਹਾਂ ਜਲਦੀ ਹੀ ਗਾਂਧੀ ਸਿੱਖਾਂ ਨਾਲ ਕੀਤੇ ਵਾਅਦੇ ਵੀ ਭੁੱਲ ਗਏ। ਜਦੋਂ ਭਾਰਤ ਲਈ ਰਾਸ਼ਟਰੀ ਝੰਡੇ ਬਾਰੇ ਫੈਸਲਾ ਕਰਨ ਦਾ ਸਵਾਲ ਆਇਆ ਤਾਂ ਸਿੱਖਾਂ ਨੂੰ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਚੁਣੇ ਜਾਣ ਵਾਲੇ ਝੰਡੇ ਦੇ ਰੰਗ ਅਤੇ ਨਮੂਨੇ ਦੀ ਮਹੱਤਤਾ ਬਾਰੇ ਬਿਆਨ ਕਰਦਿਆਂ ਗਾਂਧੀ ਨੇ ਆਖਿਆ, ਬੇਜਵਾੜਾ ਵਿਖੇ ਮੈਂ ਮਿਸਟਰ ਪੀ ਵੈਨਸੋਆ ਨੂੰ ਇੱਕ ਨਮੂਨਾ ਜਿਸ ਵਿੱਚ ਚਰਖਾ ਹੋਵੇ ਤੇ ਉਸ ਦੀ ਪ੍ਰਿਸ਼ਠ ਭੂਮੀ ਲਾਲ ਹਿੰਦੂ ਰੰਗ ਅਤੇ ਹਰੇ ਮੁਸਲਮਾਨੀ ਰੰਗ ਦੀ ਹੋਵੇ ਬਣਾਉਣ ਲਈ ਆਖਿਆ। ਉਸ ਦੇ ਮਨ ਵਿਚਲੇ ਜੋਸ਼ ਕਾਰਨ 3 ਘੰਟਿਆਂ ਵਿੱਚ ਮੈਂ ਝੰਡਾ ਪ੍ਰਾਪਤ ਕਰਨ ਦੇ ਯੋਗ ਹੋ ਗਿਆ। ਇਸ ਨੂੰ ਸਰਬ ਭਾਰਤੀ ਕਾਂਗਰਸ ਕਮੇਟੀ ਸਾਹਮਣੇ ਪੇਸ਼ ਕਰਨ ਵਿੱਚ ਜਰਾ ਦੇਰ ਹੋ ਗਈ। ਮੈਂ ਖੁਸ਼ ਸਾਂ ਕਿ ਅਜਿਹਾ ਹੋਇਆ ਹੈ। ਪ੍ਰੌੜ ਵਿਚਾਰ ਤੋਂ ਮੈਂ ਦੇਖਿਆ ਕਿ ਇਸ ਦੀ ਪ੍ਰਿਸ਼ਠ ਭੂਮੀ ਨੂੰ ਹੋਰਨਾਂ ਧਰਮਾਂ ਦੀ ਵੀ ਪ੍ਰਤੀਨਿਧਤਾ ਕਰਨੀ ਚਾਹੀਦੀ ਹੈ। ਹਿੰਦੂ ਮੁਸਲਿਮ ਏਕਤਾ ਦਾ ਬਾਹਰੀ ਅਰਥ ਹੀ ਨਹੀਂ, ਸਗੋਂ ਇਸ ਦਾ ਅਰਥ ਅੰਦਰੂਨੀ ਵੀ ਹੈ, ਕਿਉਂਕਿ ਇਹ ਸਾਰੇ ਧਰਮ ਜੋ ਭਾਰਤ ਵਿੱਚ ਹਨ ਸਾਰਿਆਂ ਦੀ ਏਕਤਾ ਦਾ ਚਿੰਨ੍ਹ ਹੈ। ਜੇਕਰ ਹਿੰਦੂ ਅਤੇ ਮੁਸਲਮਾਨ ਆਪਸ ਵਿੱਚ ਇੱਕ ਦੂਸਰੇ ਨੂੰ ਸਹਿਣ ਕਰ ਸਕਦੇ ਹਨ ਤਾਂ ਉਹਨਾਂ ਨੂੰ ਹੋਰ ਧਰਮਾਂ ਨੂੰ ਵੀ ਜ਼ਰੂਰ ਸਹਿਣ ਕਰਨਾ ਪਏਗਾ। ਇਹ ਏਕਤਾ ਭਾਰਤ ਦੇ ਜਾਂ ਦੁਨੀਆ ਦੇ ਧਰਮਾਂ ਲਈ ਕੋਈ ਡਰ ਨਹੀਂ ਹੈ। ਸੋ ਮੈਂ ਸੁਝਾਅ ਦਿੰਦਾ ਹਾਂ ਕਿ ਪ੍ਰਿਸ਼ਠ ਭੂਮੀ ਸਫੈਦ, ਹਰੀ ਅਤੇ ਲਾਲ ਹੋਣੀ ਚਾਹੀਦੀ ਹੈ। ਚਿੱਟਾ ਰੰਗ ਹੋਰ ਸਾਰੇ ਧਰਮਾਂ ਦਾ ਪ੍ਰਤੀਨਿਧਤਵ ਕਰਦਾ ਹੈ। ਗਿਣਤੀ ਵਿੱਚ ਕਮਜ਼ੋਰ ਸਭ ਤੋਂ ਪਹਿਲਾਂ ਆਉਂਦਾ ਹੈ, ਉਸ ਤੋਂ ਬਾਅਦ ਇਸਲਾਮ ਧਰਮ ਆਉਂਦਾ ਹੈ, ਉਸ ਤੋਂ ਬਾਅਦ ਹਿੰਦੂ ਧਰਮ ਹੈ। ਲਾਲ ਸਭ ਤੋਂ ਅਖੀਰ ਵਿੱਚ ਆਉਂਦਾ ਹੈ। ਇਸ ਪਿੱਛੇ ਆਦਰਸ਼ ਹੈ ਕਿ ਉਹ ਸਭ ਤੋਂ ਕਮਜ਼ੋਰ ਨੂੰ ਬਚਾਉਣ ਦਾ ਕੰਮ ਕਰੇ। ਇਸ ਤੋਂ ਇਲਾਵਾ ਸਫੈਦ ਰੰਗ ਪਵਿੱਤਰਤਾ ਤੇ ਸ਼ਾਂਤੀ ਦਾ ਪ੍ਰਤੀਨਿਧ ਹੈ। ਸਾਡੇ ਰਾਸ਼ਟਰੀ ਝੰਡੇ ਦਾ ਇਹ ਅਰਥ ਹੋਣਾ ਚਾਹੀਦਾ ਹੈ, ਨਹੀਂ ਤਾਂ ਕੋਈ ਨਹੀਂ, ਅਤੇ ਸਭ ਤੋਂ ਘੱਟ ਗਿਣਤੀ ਵਾਲਿਆਂ ਨਾਲ ਬਰਾਬਰੀ ਵਿਖਾਉਣ ਲਈ ਨਮੂਨੇ ਵਿੱਚ 3 ਰੰਗਾਂ ਨੂੰ ਇੱਕੋ ਜਿਹੀ ਥਾਂ ਦਿੱਤੀ ਗਈ ਹੈ। ਸਿੱਖਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਵੀ ਰਾਸ਼ਟਰੀ ਝੰਡੇ ਵਿੱਚ ਖਾਸ ਥਾਂ ਮਿਲਣੀ ਚਾਹੀਦੀ ਹੈ, ਕਿਉਂਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਤੀਜੀ ਵੱਡੀ ਪਾਰਟੀ ਉਹਨਾਂ ਦੀ ਹੈ। ਬਜਾਏ ਇਸ ਦੇ ਕਿ ਆਪਣੇ ਅਸਰ ਨਾਲ ਗਾਂਧੀ ਜੀ ਬਣ ਰਹੇ ਰਾਸ਼ਟਰੀ ਝੰਡੇ ਤੇ ਸਿੱਖਾਂ ਨੂੰ ਠੀਕ ਸਥਾਨ ਦਿਵਾਉਂਦੇ,
ਉਹਨਾਂ ਨੇ ਸਿੱਖਾਂ ਨੂੰ ਝੂਠੇ ਬਚਨ ਅਤੇ ਥੋਥੇ ਬਹਾਨਿਆਂ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਆਪ ਨੇ ਸਿੱਖਾਂ ਨੂੰ ਇਹ ਸੁਝਾਅ ਦੇ ਕੇ ਸ਼ਾਂਤ ਕਰਨਾ ਚਾਹਿਆ ਕਿ ਅਜੇ ਸਮਾਂ ਨਹੀਂ ਕਿ ਅਜਿਹੇ ਹਾਲਾਤਾਂ ਦਾ ਸਾਹਮਣਾ ਕੀਤਾ ਜਾ ਸਕੇ। ਉਹਨਾਂ ਨੇ ਆਖਿਆ, ਫਿਰ ਇਹ ਸਮੱਸਿਆ ਕਿ ਰਾਸ਼ਟਰੀ ਝੰਡੇ ਵਿੱਚ ਸਿੱਖ ਰੰਗ ਨੂੰ ਸ਼ਾਮਲ ਕੀਤਾ ਜਾਵੇ। ਇਸ ਸਬੰਧ ਵਿੱਚ ਕਾਂਗਰਸ ਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ। ਹੁਣ ਦੇ ਨਮੂਨੇ ਦੇ ਸੁਝਾਅ ਮੈਂ ਦਿੱਤਾ ਸੀ, ਕਾਂਗਰਸ ਨੇ ਇਸ ਨੂੰ ਸਿੱਧੇ ਤੌਰ ਤੇ ਨਹੀਂ ਅਪਣਾਇਆ। ਜੇਕਰ ਇਸ ਦੀ ਸੂਚਨਾ ਮੈਨੂੰ ਦੇ ਸਕਦੇ ਹਨ ਤਾਂ ਮੈਂ ਸਿੱਖ ਮਿੱਤਰਾਂ ਨੂੰ ਪੇਸ਼ਕਸ਼ ਕੀਤੀ ਕਿ ਉਹ ਸਰਬ ਭਾਰਤੀ ਕਾਂਗਰਸ ਕਮੇਟੀ ਸਾਹਮਣੇ ਆਪਣੇ ਵਿਚਾਰ ਰੱਖਣ, ਪਰ ਜੋ ਕੁਝ ਵਾਪਰਿਆ ਉਸ ਮੁਤਾਬਕ ਕਮੇਟੀ ਫਿਰ ਨਾ ਮਿਲ ਸਕੀ ਅਤੇ ਇਹ ਕੋਈ ਨਹੀਂ ਜਾਣਦਾ ਕਿ ਫਿਰ ਕਦੋਂ ਮਿਲੇਗੀ। ਇੱਥੇ ਤਾਈ ਕਿ ਅੱਜ ਕੱਲ੍ਹ ਕਾਰਜਕਾਰੀ ਕਮੇਟੀ ਵੀ ਰਜ਼ਾਮੰਦ ਨਹੀਂ ਹੋ ਸਕਦੀ। ਅਜਿਹੇ ਸਮੇਂ ਜਦੋਂ ਕਾਂਗਰਸ ਆਪਣੀ ਹੋਂਦ ਕਾਇਮ ਰੱਖਣ ਲਈ ਲੜ ਰਹੀ ਹੈ, ਅਜਿਹਾ ਵਾਦ ਵਿਵਾਦ ਉਠਾਉਣਾ ਘੱਟੋ ਘੱਟ ਅਦੂਰਦਰਸ਼ੀ ਹੋਵੇਗੀ। ਅਜਿਹੇ ਧੋਖੇ ਵਾਲੇ ਵਾਅਦਿਆਂ ਨਾਲ ਸਿੱਖ ਸੰਤੁਸ਼ਟ ਨਾ ਹੋ ਸਕੇ ਅਤੇ ਉਹਨਾਂ ਨੇ ਰਾਸ਼ਟਰੀ ਝੰਡੇ ਉੱਪਰ ਆਪਣੀ ਯੋਗ ਥਾਂ ਦੀ ਮੰਗ ਜਾਰੀ ਰੱਖੀ। ਭਾਵੇਂ ਗਾਂਧੀ ਨੂੰ ਨਾ ਚਾਹੁੰਦੇ ਹੋਏ ਸਰਬ ਭਾਰਤੀ ਕਾਂਗਰਸ ਕਮੇਟੀ ਨੂੰ ਰਾਸ਼ਟਰੀ ਝੰਡੇ ਦੇ ਪ੍ਰਸ਼ਨ ਬਾਰੇ ਸੰਕੇਤ ਕਰਨਾ ਪਿਆ ਅਤੇ ਸਿੱਖ ਜਾਤੀ ਦੇ ਇਤਰਾਜ਼ ਨੂੰ ਠੀਕ ਕਰਨ ਲਈ ਕੁਝ ਬਦਲੀਆਂ ਕਰਨ ਲਈ ਵੀ ਆਖਣਾ ਪਿਆ। ਗਾਂਧੀ ਨੇ 8 ਅਪ੍ਰੈਲ 1931 ਨੂੰ ਅੰਮ੍ਰਿਤਸਰ ਵਿਖੇ ਭਾਸ਼ਣ ਦਿੰਦਿਆਂ ਆਖਿਆ, ਰਾਸ਼ਟਰੀ ਝੰਡੇ ਦੇ ਪ੍ਰਸ਼ਨ ਬਾਰੇ ਮੇਰਾ ਵਰਤਾਅ ਦੇਖੋ। ਰਾਸ਼ਟਰੀ ਝੰਡਾ ਮੇਰੀ ਨਿੱਜੀ ਕਿਰਤ ਹੈ। ਇਹ ਦੇਸ਼ ਸਾਹਮਣੇ 10 ਵਰ੍ਹਿਆਂ ਤੱਕ ਰਿਹਾ ਹੈ। ਇਸ ਨਾਲ ਕਈ ਭਾਵਨਾਵਾਂ ਜੁੜੀਆਂ ਹਨ। ਇਸ ਨੂੰ ਲਹਿਰਾਉਂਦਾ ਰੱਖਣ ਲਈ ਕਾਫੀ ਕੁਰਬਾਨੀਆਂ ਤੇ ਤਕਲੀਫਾਂ ਝੱਲਣੀਆਂ ਪਈਆਂ ਹਨ। ਆਪ ਸੋਚਦੇ ਹੋ ਕਿ ਇਸ ਵਿੱਚ ਬਦਲੀ ਕਰਦਿਆਂ ਮੈਨੂੰ ਖੁਸ਼ੀ ਹੋਵੇਗੀ। ਮੈਨੂੰ ਪਤਾ ਹੈ ਕਿ ਆਪ ਅਸੰਤੁਸ਼ਟ ਹੋ ਅਤੇ ਸਿਰਫ ਆਪ ਲੋਕਾਂ ਨੂੰ ਖੁਸ਼ ਕਰਨ ਲਈ ਮੈਂ ਝੰਡੇ ਬਾਰੇ ਕਮੇਟੀ ਬਣਾਉਣ ਲਈ ਸਹਿਮਤ ਹੋਇਆ ਹਾਂ। ਪਰ ਇੱਕ ਵਾਰੀ ਫਿਰ ਸਿੱਖਾਂ ਨਾਲ ਹੇਰਾਫੇਰੀ ਕੀਤੀ ਗਈ। ਬਜਾਏ ਇਸ ਦੇ ਕਿ ਉਹਨਾਂ ਨੂੰ ਰਾਸ਼ਟਰੀ ਝੰਡੇ ਵਿੱਚ ਯੋਗ ਸਥਾਨ ਦਿੱਤਾ ਜਾਂਦਾ, ਸਿੱਖਾਂ ਨੂੰ ਚੁੱਪ ਕਰਾਉਣ ਲਈ ਇੱਕ ਨਵਾਂ ਅਰਥ ਸਾਹਮਣੇ ਰੱਖਿਆ ਗਿਆ। 9 ਅਗਸਤ 1931 ਨੂੰ ਸਰਬ ਭਾਰਤੀ ਕਾਂਗਰਸ ਕਮੇਟੀ ਨੇ ਰਾਸ਼ਟਰੀ ਝੰਡੇ ਵਿੱਚ ਹੇਠਾਂ ਲਿਖੀ ਤਬਦੀਲੀ ਕਰਨ ਦਾ ਫੈਸਲਾ ਕੀਤਾ। ਝੰਡੇ ਦੇ 3 ਰੰਗ ਹੋਣਗੇ। ਇਹ ਥੱਲਿਓਂ ਉੱਪਰ ਪਹਿਲਾਂ ਦੀ ਤਰ੍ਹਾਂ ਕਰਮਬੰਦ ਹੋਣਗੇ, ਪਰ ਰੰਗ ਵਾਰੋ-ਵਾਰੀ ਇਹ ਹੋਣਗੇ ਕੇਸਰੀ, ਚਿੱਟਾ ਅਤੇ ਹਰਾ। ਵਿਚਕਾਰ ਚਿੱਟੀ ਪੱਟੀ ਉੱਤੇ ਗੂੜੇ ਨੀਲੇ ਰੰਗ ਦਾ ਚਰਖਾ ਹੋਵੇਗਾ। ਇਹ ਮੰਨਿਆ ਜਾਂਦਾ ਹੈ ਕਿ ਰੰਗਾਂ ਦੀ ਕੋਈ ਸੰਪਰਦਾਇਕ ਮਹੱਤਤਾ ਨਹੀਂ ਹੈ। ਕੇਸਰੀ ਰੰਗ ਦਲੇਰੀ ਅਤੇ ਕੁਰਬਾਨੀ ਦਾ ਪ੍ਰਤੀਕ ਹੈ, ਚਿੱਟਾ ਰੰਗ ਸ਼ਾਂਤੀ ਅਤੇ ਸੱਚਾਈ ਦਾ ਅਤੇ ਹਰਾ ਰੰਗ ਵੀਰਤਾ ਅਤੇ ਵਿਸ਼ਵਾਸ ਦਾ ਅਤੇ ਚਰਖਾ ਲੋਕਾਂ ਦੀ ਆਸ਼ਾਵਾਂ ਦਾ ਪ੍ਰਤੀਕ ਹੋਵੇਗਾ। ਬਾਬਾ ਖੜਕ ਸਿੰਘ ਸਿੱਖੀ ਦੇ ਨਿਧੜਕ ਨੇਤਾ, ਜਿਨ੍ਹਾਂ ਨੂੰ 1922 ਵਿੱਚ ਪੰਜਾਬ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਅਤੇ ਗਾਂਧੀ ਜੀ ਨੇ ਇਹ ਆਖ ਕੇ ਕਿ ਇਹ ਕਾਂਗਰਸ ਲਈ ਇੱਜ਼ਤ ਦੀ ਗੱਲ ਹੈ ਅਤੇ ਇਹ ਚੋਣ ਉੱਤਮ ਹੈ, ਸਨਮਾਨਿਆ, ਜਿਨ੍ਹਾਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਜ਼ਾਦੀ ਦੀ ਲੜਾਈ ਦੇ ਕਪਤਾਨਾਂ ਵਿੱਚੋਂ ਸਭ ਤੋਂ ਬਹਾਦਰ ਆਖ ਕੇ ਸਤਿਕਾਰਿਆ, ਨੇ ਅਜਿਹੇ ਝੰਡੇ ਨੂੰ ਸਵੀਕਾਰ ਕਰਨੋਂ ਇਨਕਾਰ ਕਰ ਦਿੱਤਾ ਅਤੇ ਸਿੱਖਾਂ ਲਈ ਯੋਗ ਸਥਾਨ ਪ੍ਰਾਪਤ ਕਰਨ ਲਈ ਇੱਕ ਲਹਿਰ ਚਲਾਉਣ ਦੇ ਵਿਚਾਰ ਨੂੰ ਘੋਸ਼ਿਤ ਕੀਤਾ। ਗਾਂਧੀ ਦਾ ਮਾਨਸਿਕ ਸਮਤੋਲ ਵਿਗੜ ਗਿਆ ਅਤੇ ਉਹ ਬਾਬਾ ਖੜਕ ਸਿੰਘ ਦੀਆਂ ਕੁਰਬਾਨੀਆਂ ਨੂੰ ਬਿਲਕੁਲ ਭੁੱਲ ਗਏ। ਉਹਨਾਂ ਨੇ ਆਖਿਆ, ਝੰਡੇ ਦੀ ਵਿਰੋਧਤਾ ਉਹਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਆਜ਼ਾਦੀ ਦੀ ਲਹਿਰ ਨਾਲੋਂ ਵੱਖ ਹੀ ਰਹੇ ਹਨ। ਉਹਨਾਂ ਨੇ ਸਿੱਖਾਂ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਸੰਤੁਸ਼ਟ ਕਰਨਾ ਚਾਹਿਆ। ਉਹਨਾਂ ਨੇ ਆਖਿਆ, ਸਿੱਖਾਂ ਨੇ ਭਾਰਤ ਦੇ ਕਈ ਹਿੱਸਿਆਂ ਜਿਵੇਂ ਬੰਬਈ, ਦਿੱਲੀ ਆਦਿ ਵਿਖੇ ਕਾਂਗਰਸ ਨੂੰ ਵਫਾਦਾਰੀ ਨਾਲ ਅਤੇ ਬੇਰੋਕ ਸਹਿਯੋਗ ਦਿੱਤਾ, ਪਰ ਇਹਨਾਂ ਬਹਾਦਰ ਲੋਕਾਂ ਨੇ ਕਦੇ ਝੰਡੇ ਦੇ ਪ੍ਰਸ਼ਨ ਬਾਰੇ ਸਿਰਦਰਦੀ ਮੁੱਲ ਨਹੀਂ ਲਈ। ਬਹਾਦਰ ਆਦਮੀ ਵਿਸ਼ਵਾਸ ਜਗਾਉਣ ਲਈ ਹਮੇਸ਼ਾ ਦੂਸਰੀ ਪਾਰਟੀ ਨੂੰ ਵਡਿਆਉਂਦਾ ਹੈ। ਤੁਹਾਨੂੰ ਵਿਸ਼ਵਾਸ ਕਿਉਂ ਨਹੀਂ ਹੈ? ਜੇਕਰ ਕਾਂਗਰਸ ਬਾਅਦ ਵਿੱਚ ਝੂਠੀ ਹੋ ਜਾਵੇ ਤਾਂ ਤੁਹਾਡੇ ਪਾਸ ਕਿਰਪਾਨ ਹੈ, ਤੁਸੀਂ ਆਪਣੇ ਫੈਸਲੇ ਕਰ ਸਕਦੇ ਹੋ। ਇਸ ਲਈ ਮੈਂ ਆਖਦਾ ਹਾਂ ਕਿ ਤੁਸੀਂ ਸ਼ੱਕ ਅਤੇ ਬੇਯਕੀਨੀ ਨੂੰ ਆਪਣੇ ਮਨ ਵਿੱਚ ਕੱਢ ਦਿਓ ਅਤੇ ਆਜ਼ਾਦੀ ਦੀ ਲੜਾਈ ਦੀ ਪਵਿੱਤਰ ਯੋਜਨਾ ਵਿੱਚ ਗ੍ਰਸਤ ਹੋ ਜਾਓ। ਸੋ ਆਪ ਜਦੋਂ ਵੱਧ ਤੋਂ ਵੱਧ ਕੁਰਬਾਨੀਆਂ ਕਰਨ ਲਈ ਤਿਆਰ ਹੋ ਜਾਓਗੇ ਤਾਂ ਆਪ ਨੂੰ ਪਤਾ ਲੱਗੇਗਾ ਕਿ ਆਪ ਗਰੰਟੀ ਬਾਰੇ ਪੁੱਛਣੋਂ ਨਫ਼ਰਤ ਕਰੋਗੇ। ਦੂਜੇ ਲੋਕ ਆਪ ਵੱਲ ਆਪਣੇ ਅਧਿਕਾਰਾਂ ਦੇ ਨੇਤਾਵਾਂ ਵਾਂਗ ਦੇਖਣਗੇ ਕਿਉਂਕਿ ਤੁਸੀਂ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰਨਾ ਹੋਵੇਗਾ। ਇਹ ਅਨੁਭਵ ਕਰਦਿਆਂ ਕਿ ਸਿੱਖ ਉਹਨਾਂ ਦੇ ਵਿਛਾਏ ਜਾਲ ਵਿੱਚ ਨਹੀਂ ਫਸਣਗੇ ਅਤੇ ਆਪਣੇ ਆਪ ਨੂੰ ਇਸ ਲਹਿਰ ਨਾਲੋਂ ਅਲੱਗ ਕਰ ਲੈਣਗੇ, ਗਾਂਧੀ ਜੀ ਨੇ ਮਾੜੀ ਜਿਹੀ ਧਮਕੀ ਦਿੱਤੀ ਅਤੇ ਆਖਿਆ, ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਰਸਤੇ ਵਿੱਚ ਰੋਕ ਵੀ ਨਾ ਬਣੋ। ਜੋ ਮੈਂ ਮੁਸਲਮਾਨਾਂ ਬਾਰੇ ਆਖਿਆ ਹੈ ਉਹ ਹੀ ਸਿੱਖਾਂ ਲਈ ਹੈ। ਜੇਕਰ
30 ਲੱਖ ਸਿੱਖ ਭਾਰਤ ਦੀ ਆਜ਼ਾਦੀ ਲਈ ਰੋਕ ਬਣਨਗੇ ਤਾਂ ਉਹਨਾਂ ਨਾਲ ਅਸੀਂ ਅਹਿੰਸਾ ਨਾਲ ਵਰਤਾਂਗੇ। ਅਹਿੰਸਾਵਾਦੀ ਸਵਰਾਜ ਹਿੰਸਾ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸਿੱਖ ਫਿਰ ਇਹਨਾਂ ਵਾਅਦਿਆਂ ਵਿੱਚ ਫਸ ਗਏ। ਝੰਡੇ ਦੀ ਵਿਰੋਧਤਾ ਕਾਰਨ ਸਿੱਖ ਨੇਤਾਵਾਂ ਵਿੱਚ ਪਾੜ ਪੈ ਗਿਆ ਅਤੇ ਝੰਡੇ ਵਿੱਚ ਯੋਗ ਸਥਾਨ ਦੀ ਮੰਗ ਇਸ ਨਾਲ ਮਰ ਗਈ। ਸਿੱਖਾਂ ਨੇ ਪੂਰਨ ਤੌਰ ਤੇ ਗਾਂਧੀ ਤੇ ਵਿਸ਼ਵਾਸ ਕੀਤਾ ਤੇ ਫਿਰ ਪੂਰੇ ਜ਼ੋਰ ਨਾਲ ਗਾਂਧੀ ਦੀ ਅਗਵਾਈ ਹੇਠ ਸੰਗਠਿਤ ਕੀਤੀ ਕਾਂਗਰਸ ਲਹਿਰ ਜੋ ਆਜ਼ਾਦੀ ਲਈ ਲੜਾਈ ਕਰ ਰਹੀ ਸੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਦਿੱਲੀ ਵਿੱਚ ਸਭਾਵਾਂ ਕਰਨ ਦੀ ਮਨਾਹੀ ਸੀ ਤਾਂ ਕਾਂਗਰਸ ਕਮੇਟੀ ਦੀ ਮੀਟਿੰਗ ਨਾ ਹੋ ਸਕੀ। ਉਦੋਂ 100 ਸਿੱਖਾਂ ਦੇ ਜਥੇ ਨੇ ਪੁਲਿਸ ਨੂੰ ਕੋਤਵਾਲੀ ਸਾਹਮਣੇ ਰੋਕੀ ਰੱਖਿਆ, ਕੋਰੜੇ ਅਤੇ ਲਾਠੀਆਂ ਖਾਧੀਆਂ ਅਤੇ ਇਵੇਂ ਕਾਂਗਰਸ ਕਮੇਟੀ ਨੂੰ ਫਤਿਹਪੁਰ ਵਿਖੇ ਇਕੱਤਰ ਹੋਣ ਯੋਗ ਬਣਾਇਆ, ਜਿੱਥੇ ਮਤੇ ਪਾਸ ਕੀਤੇ ਗਏ। ਦੁਬਾਰਾ ਫਿਰ ਜਦੋਂ ਖਾਨ ਬਰਦਰਜ ਪਿਸ਼ਾਵਰ ਮੁਸੀਬਤ ਵਿੱਚ ਫਸ ਗਏ ਤਾਂ ਕਾਂਗਰਸ ਨੇ 100 ਅਕਾਲੀਆਂ ਨੂੰ ਉਹਨਾਂ ਦੀ ਮਦਦ ਕਰਨ ਲਈ ਪੁਲਿਸ ਦੇ ਕੋਰੜੇ ਅਤੇ ਲਾਠੀਆਂ ਖਾਣ ਲਈ ਭੇਜਿਆ, ਜੋ ਕੰਮ ਬੜੀ ਸ਼ਾਨ ਨਾਲ ਹੋਇਆ। ਇਸ ਤਰ੍ਹਾਂ ਸਿੱਖਾਂ ਨੇ ਸਿਰਲੱਥਿਆਂ ਦੀ ਇੱਕ ਫੌਜ ਕਾਂਗਰਸ ਦੇ ਵਿੱਚ ਬਣਾਈ। ਇਸ ਦਾ ਇਨਾਮ ਕੀ ਮਿਲਿਆ? ਭਾਰਤ ਸਰਕਾਰ ਨੇ 1935 ਦੇ ਐਕਟ ਕਾਰਨ ਜਦੋਂ ਮਤਾ ਸੱਤਾਂ ਪ੍ਰਾਂਤਾਂ ਵਿੱਚ ਸਰਕਾਰ ਤੇ ਕਾਂਗਰਸ ਦਾ ਕੰਟਰੋਲ ਹੋ ਗਿਆ, ਜਿਸ ਦੀ ਅਗਵਾਈ ਗਾਂਧੀ ਕਰ ਰਹੇ ਸਨ, ਤਾਂ ਉਹਨਾਂ ਨੇ ਸਿੱਖੀ ਵਿਰੋਧੀ ਨੀਤੀ ਨੂੰ ਵਧਾ ਦਿੱਤਾ ਤਾਂ ਜੋ ਸਿੱਖਾਂ ਨੂੰ ਨੀਚਾ ਵਿਖਾਇਆ ਜਾ ਸਕੇ। ਬੰਬਈ ਵਿਖੇ ਕਾਂਗਰਸ ਦੇ ਗਵਰਨਰ ਦੇ 50 ਤੋਂ ਵੱਧ ਸਿੱਖ ਅੰਗ ਰੱਖਿਅਕਾਂ ਦਾ ਥਾਂ ਹਿੰਦੂਆਂ ਨੂੰ ਦਿੱਤਾ ਗਿਆ। ਬੰਬਈ, ਜਿੱਥੇ ਕਾਂਗਰਸ ਦੀ ਸਰਕਾਰ ਸੀ, ਅਜਿਹਾ ਪ੍ਰਾਂਤ ਰਹਿ ਗਿਆ ਜਿੱਥੇ ਕਿਰਪਾਨਾਂ ਦੀ ਲੰਬਾਈ ਉੱਪਰ ਜੋ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ, ਬੰਧਨ ਨੂੰ ਨਾ ਹਟਾਇਆ ਗਿਆ। ਆਪਣੀ ਪਾਰਟੀ ਦੀ ਸਰਕਾਰ ਵੱਲੋਂ ਹੋ ਰਹੇ ਅਨਿਆਂ ਵਿੱਚ ਗਾਂਧੀ ਨੇ ਕੋਈ ਦਖਲ ਨਾ ਦਿੱਤਾ। ਜਦੋਂ ਹਿੰਦੂ ਏਕਤਾ ਔਕੜ ਵਿੱਚ ਪੈ ਜਾਵੇ ਤਾਂ ਆਪ ਮਰਨ ਵਰਤ ਰੱਖ ਸਕਦੇ ਸੀ, ਪਰ ਉਸ ਵਕਤ ਨਹੀਂ ਜਦੋਂ ਸਿੱਖਾਂ ਦੀ ਆਜ਼ਾਦੀ ਨੂੰ ਅਸਵੀਕਾਰ ਕੀਤਾ ਜਾ ਰਿਹਾ ਹੋਵੇ। ਜਦੋਂ 1932 ਵਿੱਚ ਦੂਸਰੀ ਗੋਲਮੇਜ ਕਾਨਫਰੰਸ ਸਮੇਂ ਅੰਗਰੇਜ਼ ਸਰਕਾਰ ਨੇ ਸਰਦਾਰ ਬਹਾਦਰ ਸ਼ਿਵਦੇਵ ਸਿੰਘ, ਜੋ ਸਟੇਟ ਕੌਂਸਲ ਦਾ ਭਾਰਤੀ ਸਕੱਤਰ ਸੀ, ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਸਿੱਖ ਪੂਰੀ ਤਰ੍ਹਾਂ ਕਾਂਗਰਸ ਤੋਂ ਅਲੱਗ ਹੋ ਜਾਣ ਤਾਂ ਉਹਨਾਂ ਨੂੰ ਪੰਜਾਬ ਵਿੱਚ ਰਾਜਨੀਤਿਕ ਮਹੱਤਤਾ ਦਿੱਤੀ ਜਾਵੇਗੀ। ਇਸ ਤਰ੍ਹਾਂ ਉਹ ਇਸ ਉਪਦੀਪ ਦੇ ਲੋਕਾਂ ਨੂੰ ਤਾਕਤ ਮਿਲਣ ਸਮੇਂ ਇੱਕ ਤੀਸਰਾ ਆਜ਼ਾਦ ਤੱਤ ਬਣ ਜਾਣਗੇ, ਪਰ ਸਿੱਖ ਨੇਤਾਵਾਂ ਨੇ ਅਜਿਹਾ ਕਰਨੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਸਰਦਾਰ ਬਲਦੇਵ ਸਿੰਘ ਨੇ ਕਾਂਗਰਸ ਨੇਤਾਵਾਂ ਦੇ ਪ੍ਰਭਾਵ ਅਧੀਨ ਕੈਬਨਿਟ ਮਿਸ਼ਨ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਜਿਸ ਵਿੱਚ ਭਾਰਤੀ ਆਜ਼ਾਦੀ ਐਕਟ ਵਿੱਚ ਸਿੱਖਾਂ ਨੂੰ ਪੂਰੀ ਤਰ੍ਹਾਂ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਪਰ ਕਾਂਗਰਸ ਨੇਤਾਵਾਂ ਨੇ ਗਾਂਧੀ ਜੀ ਸਮੇਤ ਸਿੱਖਾਂ ਨੂੰ ਨੀਚਾ ਵਿਖਾ ਦਿੱਤਾ। ਜਦੋਂ ਤਾਕਤ ਨੂੰ ਬਦਲਿਆ ਗਿਆ ਤਾਂ ਸਿੱਖਾਂ ਨੇ ਆਪਣੇ ਆਪ ਨੂੰ ਕਸ਼ਟ ਵਿੱਚ ਫਸੇ ਵੇਖਿਆ। ਉਹ ਕਾਂਗਰਸ ਦੇ ਨੇਤਾ ਜਿਨ੍ਹਾਂ ਉੱਪਰ ਵਿਸ਼ਵਾਸ ਕੀਤਾ ਗਿਆ ਸੀ, ਉਹਨਾਂ ਨੂੰ ਛੱਡ ਰਹੇ ਸਨ। ਕਾਂਗਰਸ ਉੱਪਰ ਭਰੋਸਾ ਕਰਨ ਕਰਕੇ ਅਤੇ ਆਪਣੇ ਪ੍ਰਤੀਨਿਧ ਨੇਤਾਵਾਂ ਦੀ ਕਾਂਗਰਸ ਦੀ ਹਾਮੀ ਭਰਨ ਕਾਰਨ ਸਿੱਖਾਂ ਨੂੰ ਉਹ ਮਹੱਤਤਾ ਪ੍ਰਾਪਤ ਨਾ ਹੋ ਸਕੀ ਜੋ ਉਹਨਾਂ ਨੂੰ ਆਜ਼ਾਦੀ ਮਿਲਣ ਸਮੇਂ ਜਾਂ ਹੋਰ ਕਿਸੇ ਸਿੱਟੇ ਤੇ ਪੁੱਜਣ ਸਮੇਂ ਮਿਲਦੀ। ਗਾਂਧੀ ਜੀ ਅਤੇ ਹੋਰ ਕਾਂਗਰਸ ਨੇਤਾਵਾਂ ਨੇ ਸਿੱਖਾਂ ਦੀ ਸਹਾਇਤਾ ਦਾ ਗਲਤ ਫਾਇਦਾ ਉਠਾਇਆ, ਸੋ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ, ਜਿਨ੍ਹਾਂ ਨੇ ਬਹੁਤ ਹੁਨਰ ਨਾਲ ਸਿੱਖਾਂ ਨੂੰ ਕਾਂਗਰਸ ਦਾ ਬਚਿਆ ਖੁਚਿਆ ਹਿੱਸਾ ਹੀ ਮੰਨਿਆ। ਸੋ ਸਿੱਟੇ ਵਜੋਂ ਸਿੱਖਾਂ ਦੇ ਹਿੱਤ ਨੂੰ ਬੇਨਿਆਜ਼ ਕਰ ਦਿੱਤਾ ਤੇ ਗਾਂਧੀ ਨੇ ਪੰਜਾਬ ਦੀ ਵੰਡ ਨੂੰ ਸਵੀਕਾਰ ਕਰ ਲਿਆ। ਸਿੱਖਾਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਕੁਰਬਾਨੀ ਵੀ ਮੁਸਲਮਾਨ ਖਾਹਿਸ਼ਾਂ ਅਤੇ ਹਿੰਦੂ ਸਵਾਰਥ ਦੀ ਵੇਦੀ ਉੱਪਰ ਬਲੀ ਚੜਾ ਦਿੱਤੀ। ਅੱਜ ਅਸੀਂ ਕਿਤਾਬ ਇੱਥੇ ਤੱਕ ਹੀ ਪੜ੍ਹਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।